श्री गुरु नानक पाद पंकज बंदन पाद सिमराओ अंगद दुख। श्री गुरु अमरदास हृदय नित त्यावो हृदय नित त्याव। श्री गुरु रामदास गुण श्री गुरु अर्जन विघ्न के नाशक विघ्न के नाशक। श्री गुरु हर गोबिंद शुभ सुमत प्रकाशक। श्री हर राय नमो कर जोरी नमो कर जोरी। श्री हर कृष्ण मनाओ बहोरी। तेग बहादुर परम कृपाल जी परम कृपाल। श्री गुरु गोबिंद सिंह बेसाल। तारा तारा पर पुन पुन सीसा जी पुन पुन सीसा। बंदा बार बार जगदीश एक ओंकार सतगुरु प्रसाद सच होई। वाहिगुरु जी के फतेह है विघ्न विनाशन सोई। वाहिगुरु जी की फतेह है विघ्न विनाशन सोई। दोहरा राज करेगा खालसा रह मवासन कोई। कर नौकरी मोहे जो जीवा पावे सोई। वाहिगुरु जी का खालसा वाहिगुरु जी की फतेह। तेग बहादुर सिमरिया कर नौ निध आवे धाए। सब थाई होए सहाय। ऐसे दीन दयाल पातशाह परोपकारी सतगुरु धन धन श्री गुरु तेग बहादुर साहिब जी सतगुरां जी दे पावन पवित्र अस्थान गुरुद्वारा श्री दुख निवारण साहिब विखे चवर छतर तख्त दे मालक शब्दाय अवतार गुरता गद्दी ते विराजमान वालिए कुल आलम धन धन श्री गुरु ग्रंथ साहिब पातशाह जी की पावन पवित्र हजूरी अंदर पंचमी दे दिहाड़े ते पिछले पहर दे सजे हुए सुंदर सचखंड दीवाना दे विच हाजरियां भर रहे सतगुरां जी दे परम प्यार विच परोती होई
ਗੁਰੂ ਸਵਾਰੇ ਗੁਰੂ ਖਾਲਸਾ ਸਾਧ ਸੰਗਤ ਜੀਓ, ਵਡਭਾਗੇ ਹੋ ਤੰਤਾ ਦੇ ਯੋਗ ਹੋ, ਜੋ ਆਪ ਜੀ ਗੁਰਚਰਨਾਂ ਦੇ ਵਿੱਚ ਜੁੜ ਕਰਕੇ ਸਤਿਗੁਰ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਅੰਮ੍ਰਿਤਮਈ ਬਾਣੀ ਦੇ ਸ਼ਬਦ ਕੀਰਤਨ ਅਤੇ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਨੂੰ ਸਰਵਣ ਕਰਕੇ ਮਨੁੱਖਾ ਜਨਮ ਦਾ ਲਾਹਾ ਪ੍ਰਾਪਤ ਕਰ ਰਹੇ ਹੋ। ਪਾਵਨ ਅਸਥਾਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਇਸ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਮਹੀਨਾਵਾਰੀ ਪੰਚਮੀ ਦੇ ਜੋੜ ਮੇਲ ਮਨਾਏ ਜਾਂਦੇ ਹਨ, ਜਿਸ ਵਿੱਚ ਆਪ ਸਮੁੱਚੀਆਂ ਸੰਗਤਾਂ ਬੜੀ ਸ਼ਰਧਾ ਬੜਾ ਪ੍ਰੇਮ ਭਾਵਨਾ ਨੂੰ ਲੈ ਕਰਕੇ ਸਤਿਗੁਰੂ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋ। ਪਾਵਨ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਜਿੱਥੇ ਸਰੀਰ ਦੀ ਅਰੋਗਤਾ ਪ੍ਰਾਪਤ ਕਰਦੇ ਹੋ, ਉੱਥੇ ਬਾਣੀ ਦੇ ਦੁਆਰਾ ਮਨ ਦਾ ਇਸ਼ਨਾਨ ਕਰਕੇ ਮਨ ਦੀ ਅਰੋਗਤਾ ਪ੍ਰਾਪਤ ਕਰਦੇ ਹੋ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਾਏ ਅਰੋਗਾ। ਸਤਿਗੁਰੂ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ ਜਦੋਂ ਇਸ ਪਾਵਨ ਅਸਥਾਨ ਜਿੱਥੇ ਆਪਾਂ ਜੁੜ ਬੈਠੇ ਆਪਣੇ ਮੁਬਾਰਕ ਚਰਨ ਪਾਏ, ਉਸ ਦਿਨ ਵੀ ਪੰਚਮੀ ਦਾ ਦਿਹਾੜਾ ਸੀ। ਸੋ ਸਤਿਗੁਰੂ ਪਾਤਸ਼ਾਹ ਜੀ ਦੇ ਬਚਨ ਵੀ ਹਨ, ਜਿਹੜਾ ਹਰ ਰੋਜ਼ ਨਹੀਂ ਪਹੁੰਚ ਸਕਦਾ, ਉਹ ਪੰਚਮੀ ਦੇ ਦਿਹਾੜੇ ਤੇ ਪਹੁੰਚ ਕੇ ਇੱਥੇ ਇਸ਼ਨਾਨ ਕਰੇਗਾ, ਸ਼ਰਧਾ ਦੇ ਨਾਲ ਗੁਰ ਸ਼ਬਦ ਦੇ ਨਾਲ ਜੁੜੇਗਾ, ਉਹਦੇ ਸਾਰੇ ਰੋਗ ਦੂਰ ਹੋਣਗੇ, ਮਨ ਇੱਛਤ ਫਲਾਂ ਦੀ ਪ੍ਰਾਪਤੀ ਹੋਵੇਗੀ। ਸੋ ਆਪ ਸੰਗਤਾਂ ਵਡਭਾਗੇ ਹੋ, ਧੰਤਾ ਦੇ ਯੋਗ ਹੋ, ਜੋ ਬੜੀ ਸ਼ਰਧਾ ਭਾਵਨਾ ਦੇ ਨਾਲ ਗੁਰਚਰਨਾਂ ਵਿੱਚ ਜੁੜ ਬੈਠੇ ਹੋ। ਬਹੁਤ ਪ੍ਰੇਮ ਦੇ ਸਹਿਤ ਰਾਗੀ ਸਿੰਘਾਂ ਪਾਸੋਂ ਆਪ ਜੀਆਂ ਨੇ ਸ਼ਬਦ ਕੀਰਤਨ ਸਰਵਣ ਕੀਤੇ ਹਨ। ਉਪਰੰਤ ਸਮਾਂ ਬਣਿਆ ਹੈ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਦਾ। ਕੱਲ ਦੇ ਪ੍ਰਕਰਣ ਅੰਦਰ ਆਪ ਜੀਆਂ ਨੇ ਸਰਵਣ ਕੀਤਾ ਸੀ ਕਿ ਬਿਸੰਬਰ ਦਾਸ ਦਾ ਪੁੱਤਰ ਹਰਗੋਪਾਲ ਗੁਰੂ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਲੈ ਕੇ ਕੜਾ ਪ੍ਰਸ਼ਾਦੀ ਦੇਗ ਬਖਸ਼ ਸਤਿਗੁਰੂ ਬਖਸ਼ਾ ਪਾਤਸ਼ਾਹ ਜੀ ਨੇ ਬਖਸ਼ੀ ਹੈ, ਕੜਾ ਦਿੱਤਾ ਹੈ, ਪਾਵਨ ਉਪਦੇਸ਼ ਬਖਸ਼ਿਆ ਤੇ ਜਦੋਂ ਲੈ ਕੇ ਘਰ ਵੱਲ ਨੂੰ ਵਾਪਸ ਗਿਆ, ਪਿੱਛੇ ਆਪ ਜੀ ਨੇ ਸਰਵਣ ਕੀਤਾ ਕਿ ਸਤਿਗੁਰੂ ਪਾਤਸ਼ਾਹ ਜੀ ਦਾ ਜਿਹੜਾ ਉਪਦੇਸ਼ ਸੀ, ਉਹ ਗੁਰੂ ਕਾ ਸਿੱਖ ਭਾਈ ਧਿਆਨ ਸਿੰਘ ਨੂੰ 600 ਰੁਪਏ ਦੇ ਵਿੱਚ ਵੇਚ ਦਿੱਤਾ। ਕਹਿਣ ਲੱਗਾ ਮੈਂ 600 ਰੁਪਈਆ ਗੁਰੂ ਨੂੰ ਭੇਟਾ ਕੀਤਾ ਤੇ ਕਾ ਕੜਾ ਤੇ ਕੜਾ ਪ੍ਰਸ਼ਾਦੀ ਦੇਗ ਤੇ ਆਪਣੇ ਬਚਨ ਦੇ ਕੇ ਕਹਿੰਦੇ ਨਿਹਾਲ ਕੀਤਾ। 600 ਰੁਪਇਆ ਮੈਂ ਐਵੇਂ ਜਿਹੜਾ ਉੱਥੇ ਚੜਾ ਕੇ ਆ ਗਿਆ, ਝੂਰਦਾ ਜਾ ਰਿਹਾ। ਚਮਕੌਰ ਸਾਹਿਬ ਪਹੁੰਚਦਿਆਂ ਭਾਈ ਧਿਆਨ ਸਿੰਘ ਨਾਲ ਮੇਲ ਹੋਇਆ। ਪੁੱਛਿਆ ਭਾਈ ਕਿੱਥੋਂ ਆਇਆ? ਦੱਸਿਆ ਕਿ ਮੈਂ ਉਜੈਨ ਦਾ ਰਹਿਣ ਵਾਲਾ ਬਿਸੰਬਰ ਦਾਸ ਦਾ ਪੁੱਤਰ ਹਾਂ। ਮੇਰਾ ਪਿਤਾ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦਾ ਸਿੱਖ ਹੈ। ਉਹਨਾਂ ਦੇ ਕਹਿਣ ਤੇ ਮੈਂ ਆਨੰਦਪੁਰ ਸਾਹਿਬ ਆਇਆ ਸੀ। 600 ਰੁਪਇਆ ਭੇਟਾ ਚੜਾਈ, ਪਰ ਗੁਰੂ ਨੇ ਮੈਨੂੰ ਇੱਕ ਕੜਾ ਪ੍ਰਸ਼ਾਦੀ ਦੇਗ ਕੜਾ ਤੇ ਆਪਣਾ ਉਪਦੇਸ਼ ਦੇ ਕੇ ਬਚਨ ਦੇ ਕੇ ਤੋਰ ਦਿੱਤਾ। ਤੇ ਭਾਈ ਧਿਆਨ ਸਿੰਘ ਕਹਿਣ ਲੱਗੇ ਕਿ ਜੇ ਤੂੰ ਗੁਰੂ ਕਾ ਬਚਨ ਵੇਚਣਾ ਚਾਹੁੰਦਾ ਹੈ ਤਾਂ ਵੇਚ ਸਕਦਾ, ਮੈਂ ਤੈਨੂੰ 600 ਰੁਪਇਆ ਦੇ ਦੇਣਾ। ਬੜਾ ਖੁਸ਼ ਹੋਇਆ ਕਿ ਤਾਂ ਗੱਲ ਬਣ ਗਈ, ਮੇਰਾ 600 ਰੁਪਇਆ ਮੈਨੂੰ ਮਿਲ ਜਾਵੇਗਾ।
600 ਰੁਪਏ 5 ਰੁਪਏ ਹੋਰ ਉੱਤੇ ਵੱਧ ਦੇ ਕੇ ਭਾਈ ਧਿਆਨ ਸਿੰਘ ਨੇ ਉਹ ਜਿਹੜਾ ਬਚਨ ਸੀ ਇਹਦੇ ਕੋਲੋਂ ਗੁਰੂ ਦਾ ਲੈ ਲਿਆ। ਘਰ ਪਹੁੰਚਿਆ, ਜਦੋਂ ਜਾ ਕੇ ਪਿਤਾ ਨੂੰ ਦੱਸਿਆ ਸਾਰੀ ਵਾਰਤਾਲਾਪ ਹੋਈ। ਬਿਸ਼ੰਬਰ ਦਾਸ ਝੂਰਦਾ ਤੇ ਮਨ ਹੀ ਮਨ ਅਰਦਾਸ ਕਰਦਾ, ਗੁਰੂ ਪਾਤਸ਼ਾਹ ਆਪ ਬਖਸ਼ਿੰਦ ਹੋ ਇਸ ਦੀ ਭੁੱਲ ਨੂੰ ਖਿਮਾ ਕਰ ਦੇਵੋ, ਬਖਸ਼ ਲਵੋ। ਵਪਾਰ ਵਿੱਚ ਘਾਟਾ ਪੈਣ ਲੱਗਾ। ਜਿਹੜਾ ਕਹਿੰਦਾ ਸੀ ਕਿ 600 ਰੁਪਏ ਤੋਂ ਮੈਂ ਰਸਤੇ ਵਿੱਚ ਵਪਾਰ ਕਰਕੇ 3000 ਜਿਹੜਾ ਉਹ ਕਮਾ ਲਿਆ, 3000 ਤੋਂ ਅੱਗੇ ਵਪਾਰ ਕੀਤਾ 10,000 ਬਣ ਗਿਆ। ਤੇ ਜਦੋਂ 10,000 ਤੋਂ ਅੱਗੇ ਵਪਾਰ ਕਰਨ ਲੱਗਾ ਘਾਟਾ ਪੈਣਾ ਸ਼ੁਰੂ ਹੋ ਗਿਆ, ਕਿਉਂਕਿ ਇਹਨੇ ਗੁਰੂ ਕੀ ਨਰਾਦਰੀ ਕਰਨੀ ਸ਼ੁਰੂ ਕਰ ਦਿੱਤੀ, ਨਿੰਦਿਆ ਕਰਨੀ ਸ਼ੁਰੂ ਕਰ ਦਿੱਤੀ। ਤੇ ਹੁਣ ਨਾਲ ਲੈ ਕੇ ਪਰਿਵਾਰ ਨੂੰ ਬਿਸ਼ੰਬਰ ਦਾਸ ਉਜੈਨ ਤੋਂ ਪਹੁੰਚਦਾ ਹੈ। ਭਾਈ ਧਿਆਨ ਸਿੰਘ ਨਾਲ ਲੈ ਕੇ ਆਏ ਨੇ, ਗੁਰੂ ਪਾਤਸ਼ਾਹ ਕੋਲ ਪਹੁੰਚੇ। ਗੁਰੂ ਸਾਹਿਬ ਜੀ ਬੜੇ ਭਾਈ ਧਿਆਨ ਸਿੰਘ ਤੇ ਖੁਸ਼ ਹੋਏ, ਬਖਸ਼ਿਸ਼ਾਂ ਕੀਤੀਆਂ ਕਿ ਤੂੰ ਗੁਰੂ ਕਾ ਬਚਨ ਕਮਾਇਆ ਹੈ। ਨਿਹਾਲ ਕੀਤਾ ਭਾਈ ਧਿਆਨ ਸਿੰਘ ਨੂੰ। ਤੇ ਕੋਲ ਹੀ ਬਿਸ਼ੰਬਰ ਦਾਸ ਤੇ ਦਾ ਪੁੱਤਰ ਹਰਗੋਪਾਲ ਵੀ ਬੈਠਾ ਸੀ ਤੇ ਉਹਨਾਂ ਦੇ ਖਿਮਾ ਜਾਚਨਾ ਲਈ ਵੀ ਬੇਨਤੀ ਕੀਤੀ। ਭਾਈ ਧਿਆਨ ਸਿੰਘ ਨੇ ਗੁਰੂ ਪਾਤਸ਼ਾਹ ਕਹਿਣ ਲੱਗੇ ਮਨ ਕਰਕੇ ਆਏ ਨੇ, ਇਹਨਾਂ ਦੇ ਭੁੱਲ ਜਿਹੜੀ ਅਸੀਂ ਖਿਮਾ ਕਰਦੇ ਆਂ, ਮੁਆਫ ਕਰਦੇ ਆਂ। ਇਸ ਪ੍ਰਕਾਰ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ਾਂ ਕਰ ਰਹੇ ਨੇ ਆਉਣ ਵਾਲੇ ਭਵਿੱਖਤ ਸਮੇਂ ਦੇ ਬਾਬਤ ਕਿ ਆਉਣ ਵਾਲੇ ਸਮੇਂ ਦੇ ਵਿੱਚ ਖਾਲਸਾ ਰਾਜ ਹੋਵੇਗਾ। ਇਹ ਜਿਹੜੇ ਪਹਾੜੀਏ ਅੱਜ ਗੁਰੂ ਘਰ ਦੇ ਨਾਲ ਵੈਰ ਰੱਖਦੇ ਨੇ, ਇਹਨਾਂ ਪਹਾੜੀਆਂ ਨੂੰ ਸੋਧ ਕੇ ਇਹਨਾਂ ਦੇ ਇਲਾਕਿਆਂ ਤੇ ਖਾਲਸਾ ਰਾਜ ਕਰੇਗਾ। ਇਸ ਪ੍ਰਕਾਰ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਭਵਿੱਖਤ ਬਚਨ ਜਿਹੜੇ ਨੇ ਉਹ ਦੱਸ ਰਹੇ ਹਨ ਤੇ ਕਿਵੇਂ ਬਿਸ਼ੰਬਰ ਦਾਸ ਦਾ ਪਰਿਵਾਰ ਭੁੱਲ ਦੀ ਖਿਮਾ ਬਖਸ਼ਾ ਕਰਕੇ ਗੁਰੂ ਸਾਹਿਬ ਪਾਤਸ਼ਾਹ ਜੀ ਦੇ ਕੋਲੋਂ ਵਿਦਾ ਹੁੰਦਾ, ਆਗਿਆ ਲੈਂਦਾ। ਆਓ ਇਥੋਂ ਅਗਲੇਰੇ ਪ੍ਰਕਰਨ ਨਾਲ ਜੁੜਨ ਵਾਸਤੇ ਮਨ ਬਿਰਤੀਆਂ ਨੂੰ ਕਾਗਰ ਕਰਨ ਦੇ ਲਈ ਰਸਨਾ ਦੀ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਰਾਜ ਕਰੇਗਾ ਖਾਲਸਾ, ਰਹਿ ਮਵਾਸਨ ਕੋਈ। ਇਸ ਪ੍ਰਕਾਰ ਦੇ ਨਾਲ ਕਲਗੀਧਰ ਦਸ਼ਮੇਸ਼ ਪਿਤਾ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਨੇ ਜਦੋਂ ਬਖਸ਼ਿਸ਼ਾਂ ਕੀਤੀਆਂ ਅਤੇ ਭਵਿੱਖਤ ਬਚਨ ਕਰਦਿਆਂ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਖਾਲਸੇ ਦਾ ਰਾਜ ਹੋਵੇਗਾ। ਮੇਰਾ ਖਾਲਸਾ ਆਉਣ ਵਾਲੇ ਸਮੇਂ ਦੇ ਵਿੱਚ ਧਰਤੀ ਦਾ ਰਾਜ ਕਰੇਗਾ। ਮਵਾ ਰਹਿ ਮਵਾਸ ਨਾ ਕੋਈ। ਮਵਾਸ ਕਹਿੰਦੇ ਨੇ ਆਕੀ ਹੋਣਾ। ਕੋਈ ਵੀ ਗੁਰੂ ਕੇ ਖਾਲਸੇ ਤੋਂ ਆਕੀ ਨਹੀਂ ਹੋਵੇਗਾ, ਕੋਈ ਵੀ ਗੁਰੂ ਕੇ ਖਾਲਸੇ ਨਾਲ ਵੈਰ ਨਹੀਂ ਰੱਖੇਗਾ। ਸਾਰੇ ਜਿਹੜੇ ਨੇ ਉਹ ਖਾਲਸ ਹੋਣਗੇ, ਸ਼ੁੱਧ ਹੋਣਗੇ, ਪਿਓਰ ਹੋਣਗੇ। ਗੁਰੂ ਕੇ ਖਾਲਸੇ ਨਾਲ ਵੈਰ ਵਿਰੋਧ ਰੱਖਣ ਵਾਲਾ ਕੋਈ ਨਹੀਂ ਹੋਵੇਗਾ। ਕਰ ਨੌਕਰੀ ਮੋਹਿ ਜੋ ਜੀਵਾ ਪਾਵੇ ਸੋਈ। ਤੇ ਜਿਹੜਾ ਸਾਡੀ ਸੇਵਾ ਵਿੱਚ ਰਹਿ ਕੇ ਸੇਵਾ ਕਰੇਗਾ, ਜਿਹੜਾ ਖਾਲਸੇ ਦੇ ਰਾਜ ਵਿੱਚ ਆ ਕੇ ਨੌਕਰੀ ਕਰੇਗਾ, ਉਹ ਉਪਜੀਵਕਾ ਨੂੰ ਪ੍ਰਾਪਤ ਹੋਵੇਗਾ, ਉਪਜੀਵਕਾ ਪ੍ਰਾਪਤ ਕਰੇਗਾ। ਚੌਪਾਈ ਤੁਰਕ ਡੋਗਰੇ ਗਿਲਜੇ ਬ੍ਰਿੰਦ। ਜਿੰਨੇ ਵੀ ਇਹ ਤੁਰਕ ਨੇ, ਕਿਉਂਕਿ ਉਸ ਵਕਤ ਤੁਰਕਾਂ ਦਾ ਰਾਜ ਸੀ, ਔਰੰਗਜ਼ੇਬ ਬਾਦਸ਼ਾਹ ਸੀ, ਚਾਰੇ ਪਾਸੇ ਜ਼ੁਲਮ ਪਾਪਾਂ ਦਾ ਬੋਲ ਬਾਲਾ ਸੀ। ਪਾਤਸ਼ਾਹ ਜੀ ਕਹਿਣ ਲੱਗੇ ਜਿਹੜੇ ਤੁਰਕ ਹਨ, ਡੋਗਰੇ, ਆ ਜੰਮੂ ਕਸ਼ਮੀਰ ਦੇ ਇਲਾਕੇ ਦੇ ਵਿੱਚ ਰਹਿਣ ਵਾਲੇ ਜਿਹੜੇ ਡੋਗਰੇ ਸਨ, ਇਹ ਜਿਹੜੇ ਡੋਗਰੇ ਨੇ, ਜਿਹੜੇ ਗਿਲਜੇ ਨੇ, ਇਹ ਵੱਡੀ ਗਿਣਤੀ ਦੇ ਵਿੱਚ ਜਿਹੜੇ ਹਨ। ਸਭ ਚਾਕਰ ਹੋਏ ਪੰਥ ਬਿਲੰਦ। ਤੇ ਸਾਰੇ ਜਿਹੜੇ ਨੇ ਇਹ ਖਾਲਸੇ ਪੰਥ ਦੇ ਚਾਕਰ ਹੋਣਗੇ, ਨੌਕਰ ਹੋਣਗੇ। ਜਿਹੜੇ ਵੱਡੇ ਵੱਡੇ ਗਿਲਜੇ ਨੇ, ਵੱਡੇ ਵੱਡੇ ਤੁਰਕ ਜਿਹੜੇ ਰਾਜ ਭੋਗਣ ਵਾਲੇ ਨੇ, ਜਿੰਨੇ ਵੀ ਡੋਗਰੇ ਨੇ ਸਾਰੇ ਖਾਲਸੇ ਦੇ ਚਾਕਰ ਹੋਣਗੇ, ਖਾਲਸੇ ਦੇ ਕੋਲ ਨੌਕਰੀ ਕਰਨਗੇ।
ਜੰਬੁਕ ਨਗਰ ਪੂਪ ਹਵੈ ਪਲੇ। ਤੇ ਜਿਹੜਾ ਜੰਮੂ ਨਗਰ ਹੈ, ਇਹ ਜੰਮੂ ਦੇ ਜਿਹੜੇ ਇਲਾਕੇ ਦੇ ਰਾਜੇ ਹਨ, ਰਾਜ ਕਰਨਗੇ ਸਿੰਘਨ ਮਿਲੇ। ਤੇ ਇਹ ਸਿੰਘਾਂ ਦੇ ਨਾਲ ਮਿਲ ਕੇ ਰਾਜ ਕਰਨਗੇ, ਇਹ ਵੀ ਸਿੰਘਾਂ ਦੇ ਅਧੀਨ ਹੋਣਗੇ। ਖਾਲਸੇ ਦਾ ਰਾਜ ਇੱਥੋਂ ਤੱਕ ਹੋਵੇਗਾ ਕਿ ਜਿਹੜਾ ਜੰਮੂ ਦਾ ਇਲਾਕਾ, ਉਹ ਵੀ ਜਿਹੜੇ ਰਾਜੇ ਨੇ ਉਹ ਖਾਲਸੇ ਦੇ ਅਧੀਨ ਹੋ ਕੇ ਚੱਲਣਗੇ। 3000 ਕੋਸ ਕੇ ਅੰਦਰ। ਪਾਤਸ਼ਾਹ ਕਹਿਣ ਲੱਗੇ 3000 ਕੋਹ ਦੇ ਅੰਦਰ ਜਿਹੜਾ ਹੈ, ਫਿਰ ਖਾਲਸਾ ਪਾਵੈ ਦੁੰਦਰ। ਉੱਥੇ ਖਾਲਸੇ ਦਾ ਰਾਜ ਹੋਵੇਗਾ। ਪਾਤਸ਼ਾਹ ਜੀ ਦੀ ਭਵਿੱਖਤ ਬਚਨ ਕਰਦੇ ਆ, ਕਹਿਣ ਲੱਗੇ 3000 ਕੋਹ ਤੱਕ, ਦੂਰ ਦੂਰ ਤੱਕ ਜਿਹੜਾ ਉਹ ਖਾਲਸੇ ਦਾ ਰਾਜ ਹੋਵੇਗਾ। ਕਿਸ ਹੋਂ ਦੇਸ਼ ਦਾਮਲੇ ਪੇਟ। ਤੇ ਕਈ ਦੂਰ ਦੇ ਉਹਦੇ ਇਲਾਕਿਆਂ ਤੋਂ ਖਾਲਸਾ ਜਿਹੜਾ ਉਹ ਖਰਾਜ ਲਵੇਗਾ, ਟੈਕਸ ਵਸੂਲੇਗਾ, ਇਲਾਕਿਆਂ ਨੂੰ ਆਪਣੇ ਅਧੀਨ ਕਰੇਗਾ। ਦੂਰ ਦੇ ਇਲਾਕਿਆਂ ਨੂੰ ਵੀ ਆਪਣੇ ਅਧੀਨ ਕਰਕੇ ਉਹਨਾਂ ਤੋਂ ਟੈਕਸ ਵਸੂਲੇਗਾ। ਕਾਹੋਂ ਲਿਆਵੇ ਰਾਜ ਸਮੇਟ। ਤੇ ਕਈਆਂ ਦੇ ਜਿਹੜੇ ਰਾਜ ਨੇ ਉਹਨਾਂ ਨੂੰ ਸਮੇਟ ਕੇ ਆਪਣੇ ਅਧੀਨ ਕਰ ਲਵੇਗਾ ਖਾਲਸਾ। ਖਾਲਸਾ ਆਪਣੇ ਰਾਜ ਦੇ ਵਿੱਚ ਮਿਲਾ ਲਵੇਗਾ। ਜਿਹੜੇ ਮਾਨੀ, ਜਿਹੜੇ ਹੰਕਾਰੀ ਰਾਜੇ ਨੇ, ਜ਼ੁਲਮ ਕਰਨ ਵਾਲੇ ਨੇ, ਉਹਨਾਂ ਦੇ ਇਲਾਕਿਆਂ ਨੂੰ, ਉਹਨਾਂ ਦੇ ਇਲਾਕਿਆਂ ਤੇ ਕਾਬਜ ਹੋ ਕੇ ਉਹਨਾਂ ਨੂੰ ਅਧੀਨ ਕਰਕੇ ਉਹ ਜਿਹੜਾ ਇਲਾਕਾ ਹੈ ਉਹ ਰਾਜ ਵੀ ਆਪਣੇ ਖਾਲਸਾ ਰਾਜ ਵਿੱਚ ਜਿਹੜਾ ਹੈ ਉਹਨੂੰ ਮਿਲਾ ਲਵੇਗਾ। ਸੁਣੋ ਬਿਸ਼ੰਬਰ ਦਾਸ ਸੁਜਾਨ। ਇਹ ਬਿਸ਼ੰਬਰ ਦਾਸ ਜੀ ਸੁਣਨਾ ਕਰੋ। ਏਵ ਵਿਚਾਰੋ ਅਨੰਦ ਮਹਾਨ। ਇਸ ਤਰ੍ਹਾਂ ਦੇ ਨਾਲ ਹਿਰਦੇ ਦੇ ਵਿੱਚ ਆਨੰਦ, ਮਹਾਨ ਆਨੰਦ ਨੂੰ ਧਾਰਨ ਕਰਕੇ ਇਸ ਸਮੇਂ ਦੀ ਵਿਚਾਰ ਨੂੰ ਜਿਹੜਾ ਉਹ ਵਿਚਾਰਨਾ ਕਰੋ। ਪਹੁੰਚੋ ਨਿਜ ਕਰ ਤੂੰ ਮਮ ਸਿੱਖ। ਤੇ ਪਾਤਸ਼ਾਹ ਜੀ ਕਹਿਣ ਲੱਗੇ ਹੁਣ ਤੁਸੀਂ ਆਪਣੇ ਘਰ ਨੂੰ ਜਾਣਾ ਕਰੋ। ਕੀਤੀ ਹੋਏ ਭੁੱਲ ਜਿਹੜੀ ਸੀ ਹਰਗੋਪਾਲ ਦੇ ਬਿਸ਼ੰਬਰ ਦਾਸ ਦਾ ਜਿਹੜਾ ਪੁੱਤਰ ਸੀ, ਉਹਦੀ ਕੀਤੀ ਹੋਈ ਭੁੱਲ ਦੀ ਖਿਮਾ ਕੀਤੀ ਹੈ, ਮੁਆਫੀ ਦਿੱਤੀ ਹੈ। ਔਰ ਖਿਮਾ ਕਰਕੇ ਪਾਤਸ਼ਾਹ ਜੀ ਨੇ ਖੁਸ਼ੀਆਂ ਬਖਸ਼ਿਸ਼ ਕੀਤੀਆਂ ਤੇ ਕਹਿਣ ਲੱਗੇ ਤੂੰ ਬਿਸ਼ੰਬਰ ਦਾਸ ਸਾਡਾ ਸਿੱਖ ਹੈ, ਇਸ ਕਰਕੇ ਤੂੰ ਆਪਣੇ ਘਰ ਨੂੰ ਜਾਣਾ ਕਰ। ਹੋਵੇਗੀ ਸੁਧ ਪੂਤ ਭਵਿਖ। ਤੇ ਜਦੋਂ ਤੂੰ ਘਰ ਪਹੁੰਚੇਗਾ, ਘਰ ਪਹੁੰਚਦਿਆਂ ਹੀ ਬਿਸ਼ੰਬਰ ਦਾਸ ਤੈਨੂੰ ਵਰਤਮਾਨ ਸਮੇਂ ਦੀ ਤੇ ਆਉਣ ਵਾਲੇ ਸਮੇਂ ਦੀ ਜਿਹੜੀ ਹੈ ਤੇ ਜਿਹੜਾ ਬੀਤ ਚੁੱਕਾ ਉਹਦੀ ਸਾਰੀ ਜਿਹੜੀ ਸੁੱਧ ਸਾਰ ਤੈਨੂੰ ਪ੍ਰਾਪਤ ਹੋਵੇਗੀ। ਤੂੰ ਜਾਣ ਲਵੇਂਗਾ, ਤਿੰਨਾਂ ਜਿਹੜੇ ਹੈ ਉਹਦੀ ਤੈਨੂੰ ਸੋਧੀ ਸੋਝੀ ਜਿਹੜੀ ਆ ਉਹ ਆ ਜਾਵੇਗੀ। ਕਾਰਜ ਸਗਲ ਸੰਪੂਰਨ ਹੋਵੇ। ਤੇ ਜਿਹੜੇ ਤੇਰੇ ਕਾਰਜ ਨੇ ਬਿਸ਼ੰਬਰ ਦਾਸ, ਉਹ ਸਾਰੇ ਤੇਰੇ ਕਾਰਜ ਸੰਪੂਰਨ ਹੋਣਗੇ। ਸਾਰੇ ਕਾਰਜ ਤੇਰੇ ਜਿਹੜੇ ਨੇ ਉਹ ਸੰਪੂਰਨ ਗੁਰੂ ਕਿਰਪਾ ਦੇ ਨਾਲ ਹੋਣਗੇ। ਦੁਖ ਅਰ ਦਾਰਿਦ ਕਰਤੇ ਖੋਵੇ। ਜਿਹੜੇ ਘਰ ਦੇ ਵਿੱਚ ਗਰੀਬੀ ਆਈ ਹੈ, ਕਿਉਂਕਿ ਪੁੱਤਰ ਨੇ ਜਦੋਂ ਮਾਇਆ ਦੇ ਨਸ਼ੇ ਦੇ ਵਿੱਚ ਗੁਰੂ ਘਰ ਦੀ ਨਿੰਦਿਆ ਕੀਤੀ ਤੇ ਵਪਾਰ ਵਿੱਚ ਘਾਟਾ ਪਿਆ, ਘਰ ਵਿੱਚ ਗਰੀਬੀ ਆ ਗਈ, ਦੁੱਖ ਆ ਗਏ। ਪਾਤਸ਼ਾਹ ਕਹਿਣ ਲੱਗੇ ਜਿਹੜੇ ਘਰ ਦੇ ਵਿੱਚ ਦੁੱਖ ਆਏ ਨੇ, ਗਰੀਬੀ ਆਈ ਹੈ, ਦਰਿਦਰ ਆਇਆ ਹੈ, ਉਹ ਵੀ ਤੇਰਾ ਚਲਾ ਜਾਵੇਗਾ, ਦੂਰ ਹੋ ਜਾਵੇਗਾ। ਇਤਿਆਦਿਕ ਕਹਿ ਸਤਿਗੁਰ ਪੂਰੇ। ਪੂਰੇ ਸਤਿਗੁਰੂ ਕਲਗੀਧਰ ਦਸ਼ਮੇਸ਼ ਪਿਤਾ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਨੇ ਇਸ ਪ੍ਰਕਾਰ ਦੇ ਨਾਲ ਬਖਸ਼ਿਸ਼ਾਂ ਕੀਤੀਆਂ ਹਨ। ਉਠੇ ਸਭਾ ਤੇ ਬਰ ਰੂਰੇ। ਤੇ ਇਸ ਪ੍ਰਕਾਰ ਦੇ ਨਾਲ ਵਰ ਦੇ ਕੇ ਬਖਸ਼ਿਸ਼ਾਂ ਕਰਕੇ ਗੁਰੂ ਸਾਹਿਬ ਪਾਤਸ਼ਾਹ ਜੀ ਸਭਾ ਦੇ ਵਿੱਚ ਉੱਠ ਖਲੋਤੇ ਹਨ। ਸਰਬ ਆਪਣੇ ਡੇਰੇ ਗਏ। ਸਾਰੇ ਆਪੋ ਆਪਣੇ ਡੇਰਿਆਂ ਦੇ ਵਿੱਚ, ਜਿੱਥੇ ਜਿੱਥੇ ਡੇਰੇ ਕੀਤੇ ਹੋਏ ਸਨ, ਰੁਕੇ ਹੋਏ ਸਨ, ਉਸ ਡੇਰਿਆਂ ਦੇ ਵਿੱਚ ਸਾਰੇ ਚਲੇ ਗਏ। ਮੋਹ ਸੰਗ ਏਮ ਪਾਖਤ ਪਾਏ। ਇਸ ਪ੍ਰਕਾਰ ਦੇ ਨਾਲ ਭਾਈ ਕੋਇਰ ਸਿੰਘ ਜੀ ਕਹਿੰਦੇ ਕਿ ਸਤਿਗੁਰੂ ਪਾਤਸ਼ਾਹ ਜੀ ਮੈਨੂੰ ਕਹਿਣ ਲੱਗੇ, ਸੁਣ ਗੁਰ ਬਖਸ਼ ਸਿੰਘ ਇਹ ਬਾਤ। ਕਹਿਣ ਲੱਗੇ ਗੁਰੂ ਬਖਸ਼ ਸਿੰਘ ਇਹ ਬਚਨ ਜਿਹੜੇ ਵਾਕ ਹਨ ਸੁਣਨਾ ਕਰੋ। ਰਾਤ ਬਤੀਤਾ ਹੋਏ ਜਬ ਪ੍ਰਾਤ। ਹੁਣ ਜਦ ਰਾਤ ਜਿਹੜੀ ਆ ਉਹ ਬਤੀਤ ਹੋ ਜਾਵੇਗੀ, ਰਾਤ ਬਤੀਤ ਹੋਣ ਦੇ ਨਾਲ ਜਦੋਂ ਪ੍ਰਭਾਤ ਹੋਵੇਗੀ, ਅੰਮ੍ਰਿਤ ਵੇਲਾ ਹੋਵੇਗਾ। ਗਮਨੋ ਸਿੱਖ ਉਜੈਨੀ ਪਾਸ। ਤੇ ਸਵੇਰ ਹੁੰਦਿਆਂ ਹੀ ਉਹ ਜਿਹੜਾ ਉਜੈਨੀ ਸਿੱਖ ਬਿਸ਼ੰਬਰ ਦਾਸ ਆਇਆ,
ਉਹ ਬਿਸੰਬਰ ਦਾਸ ਦੇ ਕੋਲ ਤੁਸੀਂ ਸਵੇਰ ਹੁੰਦਿਆਂ ਹੀ ਜਲਦੀ ਦੇ ਨਾਲ ਪਹੁੰਚ ਜਾਣਾ ਹੈ। ਆਨੋ ਸੰਗ ਬਿਸ਼ੰਬਰ ਦਾਸ, ਤੇ ਬਿਸੰਬਰ ਦਾਸ ਨੂੰ ਤੁਸੀਂ ਆਪਣੇ ਨਾਲ ਲੈ ਕੇ ਸਾਡੇ ਕੋਲ ਚੱਲ ਕੇ ਆਉਣਾ ਹੈ। ਸਾਹਿਬ ਸਿੰਘ ਆਦ ਸੁਨ ਸਰੋਤੇ, ਤੇ ਇਸ ਪ੍ਰਕਾਰ ਦੇ ਨਾਲ ਸਾਹਿਬ ਸਿੰਘ ਆਦ ਜਿਹੜੇ ਸਰੋਤੇ ਸਨ ਸੁਣ ਰਹੇ ਸਨ। ਮੰਦਰ ਮੈਂ ਗੁਰ ਪ੍ਰਸ਼ਨ ਹੋਤੇ, ਇਸ ਪ੍ਰਕਾਰ ਦੇ ਨਾਲ ਗੁਰੂ ਸਾਹਿਬ ਪਾਤਸ਼ਾਹ ਜੀ ਕਹਿ ਕੇ ਭਾਈ ਗੁਰਬਖਸ਼ ਸਿੰਘ ਜੀ ਨੂੰ ਆਪਣੇ ਮੰਦਰ ਦੇ ਵਿੱਚ ਮਹਿਲ ਦੇ ਵਿੱਚ ਪ੍ਰਵੇਸ਼ ਕਰ ਗਏ। ਸੁਣ ਕਰ ਮੈਂ ਬੰਧਨ ਕਰ ਮੁਰਿਓ, ਇਸ ਪ੍ਰਕਾਰ ਦੇ ਨਾਲ ਗੁਰੂ ਸਾਹਿਬ ਜੀ ਦਾ ਇਹ ਬਚਨ ਸੁਣ ਕੇ ਭਾਈ ਗੁਰਬਖਸ਼ ਸਿੰਘ ਜੀ ਦੱਸ ਰਹੇ ਨੇ ਕਿ ਗੁਰੂ ਸਾਹਿਬ ਜੀ ਦਾ ਹੁਕਮ ਸੁਣ ਕੇ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਕੇ ਜਦੋਂ ਗੁਰੂ ਸਾਹਿਬ ਮਹਿਲਾਂ ਵਿੱਚ ਪ੍ਰਵੇਸ਼ ਕਰ ਗਏ ਤੇ ਮੈਂ ਨਮਸਕਾਰ ਕਰਕੇ ਵਾਪਸ ਮੁੜ ਆਇਆ। ਨਿਜ ਥਲ ਖਾਨ ਪਾਨ ਕੋ ਕਰਿਓ, ਤੇ ਨਿਜ ਥਾਨ ਆਪਣੇ ਡੇਰੇ ਵਿੱਚ ਪਹੁੰਚਿਆ। ਡੇਰੇ ਵਿੱਚ ਪਹੁੰਚ ਕੇ ਆ ਕੇ ਭੋਜਨ ਪ੍ਰਸ਼ਾਦ ਛਕਿਆ ਹੈ। ਸੁਪਤ ਜਬਾ ਸੁਖ ਰਾਤ ਬਿਤਾਈ, ਤੇ ਬੜੇ ਆਨੰਦ ਦੇ ਸਹਿਤ ਸੁਖ ਦੇ ਸਹਿਤ ਜਿਹੜੀ ਹੈ ਰਾਤ ਉਹ ਬਤੀਤ ਕੀਤੀ ਹੈ। ਜਾ ਕੇ ਜਬ ਪਰਬਤ ਹੋਏ ਆਈ, ਤੇ ਜਦੋਂ ਪ੍ਰਭਾਤ ਵੇਲਾ ਹੋਇਆ, ਅੰਮ੍ਰਿਤ ਵੇਲਾ ਹੋਇਆ, ਅੰਮ੍ਰਿਤ ਵੇਲੇ ਜਿਹੜਾ ਹੈ ਪ੍ਰਭਾਤ ਦੇ ਸਮੇਂ ਤੇ ਜਾਗੇ ਹਨ। ਚਾਰ ਕਟੀ ਜਬ ਦਿਨ ਹੂੰ ਚਰਿਓ, ਤੇ ਜਦੋਂ 4 ਘੜੀਆਂ ਦਿਨ ਜਿਹੜਾ ਸੀ ਉਹ ਚੜ ਗਿਆ, ਅੰਮ੍ਰਿਤ ਵੇਲਾ ਸੰਭਾਲਿਆ। ਅੰਮ੍ਰਿਤ ਵੇਲੇ ਸੰਭਾਲ ਕੇ ਸੋਚ ਇਸ਼ਨਾਨ ਕੀਤਾ, ਬਾਣੀ ਦਾ ਜਾਪ ਕੀਤਾ, ਉਸ ਪਰਮੇਸ਼ਰ ਨੂੰ ਸਿਮਰਿਆ, ਆਰਾਧਿਆ। ਤੇ ਜਦੋਂ 4 ਘੜੀਆਂ ਦਿਨ ਜਿਹੜਾ ਸੀ ਉਹ ਲੰਘਿਆ, ਦਿਨ ਚੜਿਆ, ਤੇ ਭਾਈ ਗੁਰਬਖਸ਼ ਸਿੰਘ ਜੀ ਨੇ ਗੁਰੂ ਪਾਤਸ਼ਾਹ ਜੀ ਦਾ ਹੁਕਮ ਯਾਦ ਕੀਤਾ ਹੈ। ਸਿੱਖ ਉਜੈਨੀ ਲਿਆਵਣ ਕਰਿਓ, ਤੇ ਉਹ ਜਿਹੜਾ ਉਜੈਨੀ ਸਿੱਖ ਸੀ ਬਿਸੰਬਰ ਦਾਸ, ਉਹਨੂੰ ਲਿਆਉਣ ਵਾਸਤੇ ਭਾਈ ਗੁਰਬਖਸ਼ ਸਿੰਘ ਜੀ ਚੱਲ ਕੇ ਗਏ। ਸਾਬਤਰੇ ਅਰ ਸੁਤ ਕੋ ਸਾਥ, ਤੇ ਇਸ ਪ੍ਰਕਾਰ ਦੇ ਨਾਲ ਉਹਦਾ ਸਾਰਾ ਜਿਹੜਾ ਪਰਿਵਾਰ ਸੀ, ਉਹਦੇ ਘਰ ਵਾਲੀਆਂ, ਉਹਦੇ ਪੁੱਤਰ ਦੇ ਸਮੇਤ ਸਾਰਿਆਂ ਨੂੰ ਪਹੁੰਚਿਓ ਜੇ ਬੈਠੇ ਗੁਰਨਾਥ, ਤੇ ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਭਾਈ ਗੁਰਬਖਸ਼ ਸਿੰਘ ਜਿਵੇਂ ਗੁਰੂ ਪਾਤਸ਼ਾਹ ਜੀ ਦਾ ਹੁਕਮ ਸੀ, ਪਰਿਵਾਰ ਦੇ ਸਮੇਤ ਜਿੱਥੇ ਸਤਿਗੁਰੂ ਪਾਤਸ਼ਾਹ ਜੀ ਦੇਣ ਦੁਨੀਆ ਦੇ ਮਾਲਕ, ਅਨਾਥਾਂ ਦੇ ਨਾਥ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਬੈਠੇ ਸਨ, ਉੱਥੇ ਆਣ ਪਹੁੰਚਿਆ ਹੈ। ਭੇਟ ਰਜਤ ਪਨ ਸ਼ਾਹ ਜਹਾਨੀ, ਤੇ ਸ਼ਾਹ ਜਹਾਨੀ ਜਿਹੜੇ 1000 ਰੁਪਇਆ ਭੇਟਾ ਦੇ ਵਜੋਂ ਉਹ ਬਿਸ਼ੰਬਰ ਦਾਸ ਨੇ ਆ ਕੇ ਗੁਰੂ ਸਾਹਿਬ ਪਾਤਸ਼ਾਹ ਜੀ ਨੂੰ ਭੇਟਾ ਕੀਤਾ ਹੈ। ਤਰੇ 1000 ਬੰਦ ਨਾ ਠਾਨੀ, ਇਸ ਪ੍ਰਕਾਰ ਦੇ ਨਾਲ 1000 ਰੁਪਇਆ ਗੁਰੂ ਸਾਹਿਬ ਜੀ ਨੂੰ ਭੇਟ ਕਰਕੇ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ, ਬੰਦਨਾ ਕੀਤੀ ਹੈ। ਸੁਤ ਜੋ ਤਲੇ ਗੁਰ ਖੁਸ਼ੀ ਕਨੇਰੀ, ਤੇ ਇਸ ਪ੍ਰਕਾਰ ਦੇ ਨਾਲ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਉਹ ਪ੍ਰਾਪਤ ਕੀਤੀਆਂ ਹਨ। ਰੁਖਸਤ ਹੋਣ ਲਗਿਓ ਤਿਸ ਬੇਰੀ, ਤੇ ਹੁਣ ਉਸ ਵਕਤ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਲੈ ਕਰਕੇ ਹੁਣ ਇਹ ਰੁਖਸਤ ਹੋਣਾ ਚਾਹੁੰਦਾ ਹੈ। ਤਿਸ ਕੀ ਜੁਵਤਾ ਅੰਦਰ ਗਈ, ਤੇ ਹੁਣ ਇਹਦੇ ਨਾਲ ਇਹਦਾ ਪਰਿਵਾਰ ਆਇਆ ਸੀ, ਘਰ ਵਾਲੀਆਂ ਸਨ, ਨਾਲ ਬੇਟਾ ਸੀ, ਇਹਦਾ ਪੁੱਤਰ ਸੀ। ਉਹ ਜਿਹੜਾ ਪਰਿਵਾਰ ਨਾਲ ਆਇਆ ਸੀ, ਗੁਰੂ ਕੇ ਮਹਿਲਾਂ ਦੇ ਵਿੱਚ ਗੁਰੂ ਕੇ ਮਹਿਲਾਂ ਨੂੰ ਮਿਲਣ ਵਾਸਤੇ ਅੰਦਰ ਗਿਆ ਹੋਇਆ ਸੀ। ਗੁਰ ਮਹਿਲਾ ਕੋ ਦਰਸਤ ਪਈ, ਤੇ ਇਸ ਪ੍ਰਕਾਰ ਦੇ ਨਾਲ ਪਰਿਵਾਰ ਨੇ ਗੁਰੂ ਕੇ ਮਹਿਲਾਂ ਦੇ ਜਾ ਕੇ ਦੀਦਾਰ ਕੀਤੇ ਹਨ, ਮਿਲੇ ਹਨ। ਧਰਬਿਓ ਪਾਇਨ ਤਰ ਕਰ ਆਗੀ, ਬਹੁਤ ਜਿਹੜਾ ਧਨ ਸੀ ਭੇਟਾ ਵਜੋਂ ਉਹ ਮਾਤਾਵਾਂ ਨੂੰ ਭੇਟ ਕੀਤਾ ਹੈ। ਸ਼ਰਦਾ ਜੁਦ ਪਦ ਪੰਕਜ ਲਾਗੀ, ਇਸ ਪ੍ਰਕਾਰ ਦੇ ਨਾਲ ਵੱਡੀ ਸ਼ਰਧਾ ਹਿਰਦੇ ਦੇ ਅੰਦਰ ਧਾਰਨ ਕਰਕੇ ਸ਼ਰਧਾ ਦੇ ਸਹਿਤ ਮਾਤਾਵਾਂ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਚਲਨ ਸਮੈ ਸਤ ਗੁਰ ਟਿਕ ਆਈ, ਤੇ ਮਾਤਾਵਾਂ ਤੋਂ ਅੰਦਰੋਂ ਆਗਿਆ ਲਈ, ਮਾਤਾਵਾਂ ਤੋਂ ਆਗਿਆ ਲੈ ਕੇ ਗੁਰੂ ਕੇ ਮਹਿਲਾਂ ਨੂੰ ਮਿਲ ਕਰਕੇ ਆ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਬਿਸੰਬਰ ਦਾਸ ਦਾ ਪਰਿਵਾਰ ਪਹੁੰਚਿਆ ਹੈ। ਨਾਮ ਬਦਨਵੰਤੀ ਹਰ ਖਾਈ, ਤੇ ਹੁਣ ਆ ਕਰਕੇ ਜਿਹੜੇ ਮਦਨਵੰਤੀ ਇਹਦੇ ਘਰ ਵਾਲੀ ਸੀ, ਉਹਨੇ ਆ ਕੇ ਬੜੇ ਹਿਰਦੇ ਦੇ ਅੰਦਰ ਪ੍ਰਸੰਨਤਾ ਜਿਹੜੀ ਸੀ ਉਹ ਧਾਰਨ ਕੀਤੀ। ਗੁਰੂ ਕੇ ਮਹਿਲਾਂ ਨੂੰ ਮਿਲ ਕੇ ਆਏ, ਗੁਰੂ ਸਾਹਿਬ ਜੀ ਦੇ ਦੀਦਾਰ ਕੀਤੇ, ਹਿਰਦੇ ਦੇ ਅੰਦਰ ਬੜੀ ਪ੍ਰਸੰਨਤਾ ਹੋਈ। ਚਰਨ ਕਮਲ ਪਰ ਨਿਜ ਸਿਰ ਤਰਿਓ, ਤੇ ਆਪਣਾ ਜਿਹੜਾ ਸਿਰ ਸੀ ਬਿਸੰਬਰ ਦਾਸ ਦੇ ਘਰ ਵਾਲੀ ਨੇ, ਮਦਨਵੰਤੀ ਨੇ,
ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਤੇ ਰੱਖਣਾ ਕੀਤਾ ਹੈ। ਅਸ਼ਰਨ ਕੋ ਜਲ ਉਪਰ ਪਰਿਓ। ਤੇ ਹਿਰਦੇ ਚੋਂ ਵਿਰਾਗ ਪੈਦਾ ਹੋਇਆ, ਤੇ ਵਿਰਾਗ ਪੈਦਾ ਹੋਣ ਦੇ ਨਾਲ ਅੱਖਾਂ ਦੇ ਵਿੱਚੋਂ ਜਿਹੜੇ ਨੇ ਹੰਝੂ ਵਹਿ ਤੁਰੇ ਨੇ, ਤੇ ਜਿਹੜੇ ਹੰਝੂ ਨੇ ਨੇਤਰਾਂ ਦੇ ਵਿੱਚੋਂ ਜਲ ਜਿਹੜਾ ਉਹ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਤੇ ਡਿੱਗਿਆ ਹੈ। ਸਤਿਗੁਰ ਰਹੇ ਹਟਾਏ ਪਛੇਰੇ। ਸਤਿਗੁਰੂ ਪਾਤਸ਼ਾਹ ਜੀ ਨੇ ਪਿੱਛੇ ਹਟਾਉਣ ਦਾ ਯਤਨ ਕੀਤਾ, ਤਉ ਤਰਿਓ ਸਿਰ ਹੋਏ ਅਗੇਰੇ। ਤਾਂ ਪਰ ਉਸਨੇ ਮਦਨਵੰਤੀ ਨੇ ਜਿਹੜਾ ਸਿਰ ਸੀ ਉਹ ਅੱਗੇ ਕਰਕੇ ਗੁਰੂ ਸਾਹਿਬ ਪਾਤਸ਼ਾਹ ਜੀ ਦੇ ਸੋਹਣੇ ਚਰਨ ਕਮਲਾਂ ਤੇ ਰੱਖ ਦਿੱਤਾ। ਪਗ ਪਰ ਅਸ਼ਰੂ ਫਿਕ ਹਸ ਕਹਿਓ। ਤੇ ਜਿਹੜੇ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਤੇ ਇਹਦੇ ਅਥਰੂ ਡਿੱਗੇ, ਹੰਝੂ ਡਿੱਗੇ, ਉਹਨਾਂ ਨੂੰ ਦੇਖ ਕਰਕੇ ਗੁਰੂ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ, ਕਹਿਓ ਤੁਵ ਚਿਤ ਚਿੰਤਾ ਮਹਿ ਬਹਿਓ। ਕਹਿਣ ਲੱਗੇ, ਕਿਉਂ ਤੇਰਾ ਮਨ ਚਿੰਤਾ ਦੇ ਵਹਿਣ ਵਿੱਚ ਵਹਿ ਤੁਰਿਆ ਮਦਨਵੰਤੇ? ਕਿਉਂਕਿ ਉਹਨੇ ਵੇਖਿਆ ਸੀ ਕਿ ਉਹਦੇ ਪੁੱਤਰ ਨੇ ਜਿਹੜੀ ਵੱਡੀ ਭੁੱਲ ਕੀਤੀ, ਗੁਰੂ ਸਾਹਿਬ ਜੀ ਦੀ ਨਿੰਦਿਆ ਕੀਤੀ, ਬਚਨ ਜਿਹੜੇ ਗੁਰੂ ਸਾਹਿਬ ਜੀ ਦੇ ਉਹ ਭਾਈ ਧਿਆਨ ਸਿੰਘ ਨੂੰ ਵੇਚ ਦਿੱਤੇ। ਉਹ ਸਾਰੇ ਕੁਝ ਨੂੰ ਯਾਦ ਕਰਕੇ ਮਨ ਅੰਦਰ ਜਿਹੜਾ ਵੈਰਾਗ ਆ ਗਿਆ। ਵੈਰਾਗ ਆਉਣ ਦੇ ਨਾਲ ਚਿੰਤਾ ਦੇ ਵਹਿਣ ਵਿੱਚ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਕਿਉਂ ਤੂੰ ਵਹਿ ਤੁਰੀ ਹੈ? ਗੁਰ ਕਰ ਦੇ ਤਲੇ ਤਨਹ ਜੋਵੈ। ਪਾਤਸ਼ਾਹ ਕਹਿਣ ਲੱਗੇ, ਗੁਰੂ ਘਰ ਜਿਹੜਾ ਹਮੇਸ਼ਾ ਗੁਰੂ ਘਰੋਂ ਦਾਤਾਂ ਦਿੱਤੀਆਂ ਹੀ ਜਾਂਦੀਆਂ ਨੇ, ਲਈਆਂ ਨਹੀਂ ਜਾਂਦੀਆਂ। ਗੁਰੂ ਹਮੇਸ਼ਾ ਦਾਤਾਂ ਦਿੰਦਾ ਹੈ। ਜਦੋਂ ਚੱਲ ਕੇ ਆਉਨੇ ਆ ਗੁਰੂ ਪਾਤਸ਼ਾਹ ਜੀ ਦੇ ਕੋਲ ਸ਼ਰਧਾ ਭਾਵਨਾ ਲੈ ਕੇ, ਤੇ ਗੁਰੂ ਸਾਹਿਬ ਦੇ ਸਨਮੁਖ ਹੋ ਕੇ ਆ ਕੇ ਅਰਦਾਸ ਕਰਦੇ ਆ, ਤੇ ਗੁਰੂ ਸਾਹਿਬ ਪਾਤਸ਼ਾਹ ਜੀ ਦੇ ਕੋਲੋਂ ਫਿਰ ਜਿਹੜੀ ਦਾਤ ਮੰਗਦੇ ਆ, ਗੁਰੂ ਸਾਹਿਬ ਪਾਤਸ਼ਾਹ ਜੀ ਦਾਤਾਂ ਦੇ ਦਾਤੇ ਨੇ, ਤੇ ਉਹ ਦਾਤਾਂ ਦੇ ਨਾਲ ਝੋਲੀਆਂ ਭਰ ਦਿੰਦੇ ਨੇ, ਬਖਸ਼ਿਸ਼ਾਂ ਕਰਦੇ ਨੇ। ਇਸ ਕਰਕੇ ਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਗੁਰੂ ਨਾਨਕ ਦੇ ਘਰ ਦੇ ਵਿੱਚੋਂ ਦਾਤ ਦਿੱਤੀ ਜਾਂਦੀ ਹੈ, ਲਈ ਨਹੀਂ ਜਾਂਦੀ। ਅਸੀਂ ਥੋੜੀ ਜਿਹੀ ਵੀ ਭੇਟਾ ਚੜਾ ਕੇ ਕਹਿੰਦੇ ਆ ਕਿ ਜਿਵੇਂ ਭਾਈ ਬਿਸ਼ੰਬਰ ਦਾਸ ਦਾ ਪੁੱਤਰ ਹਰਗੋਪਾਲ ਕਹਿਣ ਲੱਗਾ, ਮੈਂ 600 ਰੁਪਇਆ ਗੁਰੂ ਨੂੰ ਭੇਟ ਚੜਾਇਆ, ਤੇ ਬਦਲੇ ਵਿੱਚ ਗੁਰੂ ਨੇ ਕੜਾਹ ਪ੍ਰਸ਼ਾਦ ਤੇ ਕੜਾ ਤੇ ਇੱਕ ਬਚਨ ਦੇ ਕੇ ਮੈਨੂੰ ਤੋਰ ਦਿੱਤਾ। ਤਾਂ ਬੜਾ ਘਾਟੇ ਬੰਦਾ ਸੌਦਾ ਹੋਇਆ। ਕਈ ਵਾਰੀ ਮਨ ਵਿੱਚ ਖਿਆਲ ਆ ਜਾਂਦਾ, ਮੈਂ ਤਾਂ ਇੰਨੀ ਮਾਇਆ ਗੁਰੂ ਘਰ ਨੂੰ ਚੜਾਇਆ, ਤੇ ਉਹ ਮਾਇਆ ਦਿੱਤੀ ਕਿੰਨੇ? ਦਿੱਤੀ ਵੀ ਗੁਰੂ ਨੇ, ਮਿਲੀ ਵੀ ਗੁਰੂ ਕੋਲੋਂ ਹੀ। ਇਸ ਕਰਕੇ ਪਾਤਸ਼ਾਹ ਕਹਿਣ ਲੱਗੇ, ਗੁਰੂ ਨਾਨਕ ਦਾ ਘਰ ਇਥੋਂ ਦਾਤਾਂ ਦਿੱਤੀਆਂ ਜਾਂਦੀਆਂ ਨੇ, ਦਾਤਾਂ ਲਈਆਂ ਨਹੀਂ ਜਾਂਦੀਆਂ। ਗੁਰੂ ਘਰ ਦਾਤਾਂ ਦਿੰਦਾ ਹੈ। ਸੋ ਸੁਤ ਦਾਸ ਹਮਾਰੋ ਹੋਵੇ। ਇਸ ਕਰਕੇ ਇਹ ਜਿਹੜਾ ਤੇਰਾ ਪੁੱਤਰ ਹੈ, ਹੁਣ ਤੈਨੂੰ ਘਬਰਾਉਣ ਦੀ ਲੋੜ ਨਹੀਂ, ਚਿੰਤਾ ਕਰਨ ਦੀ ਲੋੜ ਨਹੀਂ। ਤੇਰਾ ਪੁੱਤਰ ਹੁਣ ਸਾਡਾ ਸੇਵਕ ਬਣ ਗਿਆ ਹੈ। ਆਪਰ ਜਨਮ ਮਹਿ ਇਮ ਬਨ ਜਾਏ। ਤੇ ਹੋਰ ਵੀ ਜਿਹੜੇ ਭਵਿੱਖਤ ਬਚਨ ਕਰਦੇ ਆ ਸਾਹਿਬ ਪਾਤਸ਼ਾਹ ਜੀ ਕਹਿਣ ਲੱਗੇ, ਤੇ ਜਿਹੜੇ ਬਾਕੀ ਜਨਮ ਹੋਣੇ ਨੇ, ਉਹਨਾਂ ਜਨਮਾਂ ਦੇ ਵਿੱਚ ਵੀ ਇਹ ਸਾਡਾ ਹਮੇਸ਼ਾ ਸਿੱਖ ਹੀ ਬਣੇਗਾ। ਅਬ ਦਿਨੋ ਤੋਹਿ ਨਿਸ਼ਚੈ ਪਾਏ। ਇਸ ਪ੍ਰਕਾਰ ਦੇ ਨਾਲ ਕਹਿੰਦੇ ਤੁਸੀਂ ਨਿਸ਼ਚਾ ਹਿਰਦੇ ਦੇ ਅੰਦਰ ਧਾਰਨ ਕਰੋ, ਮਨ ਦੀ ਚਿੰਤਾ ਨੂੰ ਦੂਰ ਕਰਨਾ ਕਰੋ। ਸਾਬਤ ਹੋਵਾ ਪਲੇ ਪਛਾਨ। ਇਸ ਪ੍ਰਕਾਰ ਦੇ ਨਾਲ ਜਿਹੜਾ ਹੈ ਇਹ ਸਾਵਤ ਗੁਰੂ ਕਾ ਸਿੱਖ ਬਣਿਆ, ਗੁਰੂ ਕੀ ਸਿੱਖੀ ਇਹਨੇ ਧਾਰਨ ਕੀਤੀ ਹੈ। ਗੋਰਖ ਜਾਣੈ ਕਿ ਤੂੰ ਜਾਣ। ਇਸ ਪ੍ਰਕਾਰ ਦੇ ਨਾਲ ਤੂੰ ਮਨ ਦੇ ਅੰਦਰ ਇਹ ਜਾਣਨਾ ਕਰ। ਸੁਣਤ ਮਦਨਵੰਤੀ ਤਬ ਕਹਿਓ। ਤਾਂ ਸੁਣ ਕੇ ਗੁਰੂ ਸਾਹਿਬ ਜੀ ਦੇ ਭਜਨ ਮਦਨਵੰਤੀ ਕਹਿਣ ਲੱਗੇ, ਮੋਹ ਨ ਹੋਏ ਇਹੀ ਮੈਂ ਚਾਹਿਓ। ਕਹਿਣ ਲੱਗੀ ਕਿ ਮੇਰੇ ਮਨ ਦੇ ਅੰਦਰ ਮੋਹ ਨਾ ਪੈਦਾ ਹੋਵੇ। ਪਾਤਸ਼ਾਹ ਜਿਹੜਾ ਮੇਰੇ ਮਨ ਅੰਦਰ ਵੈਰਾਗ ਉਪਜਿਆ, ਕਿਰਪਾ ਕਰੋ ਕਿ ਮੇਰੇ ਮਨ ਅੰਦਰ ਮੋਹ ਨਾ ਪੈਦਾ ਹੋਵੇ, ਇਹ ਮੋਹ ਦੇ ਕੋਲੋਂ ਮੈਨੂੰ ਛੁਟਕਾਰਾ ਮਿਲ ਜਾਵੇ। ਜੁਤ ਪਰਵਾਰ ਬਿਸ਼ੰਬਰ ਦਾਸ। ਇਸ ਪ੍ਰਕਾਰ ਦੇ ਨਾਲ ਗੁਰੂ ਸਾਹਿਬ ਪਾਤਸ਼ਾਹ ਜੀ ਨੇ ਬਖਸ਼ਿਸ਼ਾਂ ਕੀਤੀਆਂ, ਮਨ ਦਾ ਮੋਹ ਜਿਹੜਾ ਸੀ ਉਹ ਦੂਰ ਕੀਤਾ, ਤੇ ਗੁਰੂ ਸਾਹਿਬ ਜੀ ਦੇ ਕੋਲੋਂ ਹੁਣ ਜਾਣ ਦੀ ਆਗਿਆ ਲਈ ਹੈ ਬਿਸ਼ੰਬਰ ਦਾਸ ਦੇ ਪਰਿਵਾਰ ਨੇ। ਰੁਖਸਤ ਹੋਇ ਕਰ ਸਤਿਗੁਰ ਪਾਸ। ਤੇ ਸਤਿਗੁਰੂ ਪਾਤਸ਼ਾਹ ਜੀ ਦੇ ਕੋਲੋਂ ਰੁਖਸਤ ਹੋਣ ਲੱਗੇ ਹਨ। ਮਸਤਕ ਟੇਕਤ ਕੀ ਨ ਪਿਆਨਾ। ਤੇ ਇਸ ਪ੍ਰਕਾਰ ਦੇ ਨਾਲ ਗੁਰੂ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਤੇ ਮੱਥਾ ਟੇਕਿਆ, ਤੇ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਕੇ ਬੰਦਨਾ ਕਰਕੇ ਘਰ ਵੱਲ ਨੂੰ ਚਾਲੇ ਪਾਏ ਹਨ, ਪਿਆਨਾ ਕੀਤਾ ਹੈ। ਦੱਖਣ ਦਿਸ਼ ਉਜੈਨਪੁਰ ਜਾਨਾ। ਤੇ ਦੱਖਣ ਦਿਸ਼ਾ ਉਜੈਨ ਦੇ ਵਿੱਚ ਇਹਨਾਂ ਦਾ ਘਰ ਸੀ, ਉਥੋਂ ਦੇ ਰਹਿਣ ਵਾਲੇ ਸਨ।
ਦੱਖਣ ਦਿਸ਼ਾ ਵੱਲ ਨੂੰ ਉਜੈਨ ਸ਼ਹਿਰ ਵੱਲ ਨੂੰ ਇਹਨਾਂ ਨੇ ਚਾਲੇ ਪਾਏ ਹਨ ਅਨੰਦਪੁਰ ਸਾਹਿਬ ਤੋਂ। ਸਤਿਗੁਰ ਹਸੇ ਤਿਨੋਂ ਕੇ ਪਾਛੇ। ਇਸ ਪ੍ਰਕਾਰ ਦੇ ਨਾਲ ਗੁਰੂ ਸਾਹਿਬ ਪਾਤਸ਼ਾਹ ਜੀ ਨੇ ਇਸ ਪਰਿਵਾਰ ਦੇ ਉੱਤੇ ਬਖਸ਼ਿਸ਼ਾਂ ਕੀਤੀਆਂ। ਬਖਸ਼ਿਸ਼ਾਂ ਕਰਕੇ ਪਰਿਵਾਰ ਨੂੰ ਜਿਹੜਾ ਸਤਿਗੁਰੂ ਪਾਤਸ਼ਾਹ ਜੀ ਨੇ ਆਗਿਆ ਦਿੱਤੀ ਹੈ, ਗੁਰੂ ਸਾਹਿਬ ਜੀ ਦੀ ਆਗਿਆ ਲੈ ਕੇ ਪਰਿਵਾਰ ਨੇ ਆਪਣੇ ਘਰ ਵੱਲ ਨੂੰ ਚਾਲੇ ਪਾਏ ਨੇ ਉਜੈਨ ਸ਼ਹਿਰ ਦੇ ਵੱਲ। ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਲੈ ਕੇ ਬਿਸ਼ੰਬਰ ਦਾਸ ਪਰਿਵਾਰ ਦੇ ਸਮੇਤ ਉਜੈਨ ਸ਼ਹਿਰ ਵੱਲ ਨੂੰ ਆਪਣੇ ਘਰ ਪਹੁੰਚਿਆ ਹੈ। ਕਹਿ ਕਰ ਮੰਦਰ ਮੋ ਗਏ ਥਿਰ ਸੇਜ। ਇਸ ਪ੍ਰਕਾਰ ਦੇ ਨਾਲ ਬਿਸ਼ੰਬਰ ਦਾਸ ਦੇ ਪਰਿਵਾਰ ਨੂੰ ਨਿਹਾਲ ਕਰਕੇ ਖੁਸ਼ੀਆਂ ਬਖਸ਼ਿਸ਼ ਕਰਕੇ ਗੁਰੂ ਪਾਤਸ਼ਾਹ ਜੀ ਆਪਣੇ ਮੰਦਰ ਮਹਿਲਾਂ ਦੇ ਵਿੱਚ ਪ੍ਰਵੇਸ਼ ਕਰ ਗਏ। ਤਬ ਗੁਰ ਮਹਿਲਾ ਦੀਰਘ ਜੀਤੋ। ਜਦੋਂ ਮਹਿਲਾਂ ਦੇ ਵਿੱਚ ਪਹੁੰਚੇ ਗੁਰੂ ਪਾਤਸ਼ਾਹ ਤੇ ਵੱਡੇ ਜਿਹੜੇ ਗੁਰੂ ਕੇ ਮਹਿਲ ਸਨ ਮਾਤਾ ਜੀਤੋ ਜੀ ਜਿਨ੍ਹਾਂ ਦਾ ਨਾਮ ਸੀ, ਜੀਤੋ ਜਿਸ ਕਾ ਨਾਏ, ਜਿਨ੍ਹਾਂ ਦਾ ਨਾਮ ਜੀਤੋ ਕਰਕੇ ਹੈ ਗੁਰੂ ਕੇ ਮਹਿਲ ਚੱਲ ਕੇ ਆਏ। ਚੌਪਾਈ ਪਹੁੰਚੀ ਸ਼੍ਰੀ ਕਲਗੀਧਰ ਪਾਸ। ਤੇ ਸਤਿਗੁਰੂ ਪਾਤਸ਼ਾਹ ਕਲਗੀਧਰ ਪਾਤਸ਼ਾਹ ਜੀ ਮਹਿਲ ਦੇ ਵਿੱਚ ਜਦੋਂ ਪਲੰਘ ਤੇ ਜਾ ਕੇ ਆਸਣ ਲਾਇਆ, ਮਾਤਾ ਜੀਤੋ ਜੀ ਚੱਲ ਕੇ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਗੁਰੂਪਤੀ ਕੋਲ ਚੱਲ ਕੇ ਆਏ। ਜਿਸ ਕੇ ਹਿਰਦੇ ਸ਼੍ਰੀ ਕੀ ਆਸ। ਤੇ ਜਿਨ੍ਹਾਂ ਨੇ ਆਪਣੇ ਹਿਰਦੇ ਦੇ ਵਿੱਚ ਮੁਕਤ ਹੋਣ ਦੀ ਚਾਹਨਾ ਜਿਹੜੀ ਸੀ ਉਹ ਪ੍ਰਗਟ ਕੀਤੀ, ਮੁਕਤ ਹੋਣ ਦੀ ਚਾਹਤ ਮਨ ਦੇ ਵਿੱਚ ਰੱਖੀ ਹੈ। ਬਾਰ ਬਾਰ ਪਦ ਬੰਧਨ ਕਰੀ। ਬਾਰ ਬਾਰ ਗੁਰੂਪਤੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਤੇ ਬੰਦਨਾ ਕੀਤੀ, ਨਮਸਕਾਰ ਕੀਤੀ ਹੈ ਮਾਤਾ ਜੀਤੋ ਜੀ ਨੇ। ਪਣਤ ਬਿਨੈ ਕਰ ਜੋਰ ਹੋਏ ਖਰੀ। ਤੇ ਇਸ ਪ੍ਰਕਾਰ ਦੇ ਨਾਲ ਨਮਸਕਾਰ ਕਰਕੇ ਦੋਵੇਂ ਹੱਥ ਜੋੜ ਕੇ ਖੜੇ ਹੋ ਕੇ ਗੁਰੂ ਪਾਤਸ਼ਾਹ ਜੀ ਨੂੰ ਬੇਨਤੀ ਕਰਨ ਲੱਗੇ। ਕਮਲ ਬਿਲੋਚਨ ਤੇ ਗੁਰ ਹੈਰੀ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਮਾਤਾ ਜੀਤੋ ਜੀ ਵੱਲ ਦੇਖਣਾ ਕੀਤਾ, ਹੋਏ ਪ੍ਰਸੰਨ ਬੋਲੇ ਤਿਸ ਬੇਰੀ। ਤੇ ਸਤਿਗੁਰੂ ਪਾਤਸ਼ਾਹ ਜੀ ਹਿਰਦੇ ਦੇ ਅੰਦਰ ਸ਼ਰਧਾ ਪ੍ਰੇਮ ਨੂੰ ਵੇਖ ਕਰਕੇ ਪ੍ਰਸੰਨ ਹੋ ਕੇ ਬੋਲੇ, ਕਹਿਣ ਲੱਗੇ, ਘਰ ਵਾਲਿਓ ਮਨ ਮਤਾ ਤੁਹਾਰਾ। ਕਹਿਣ ਲੱਗੇ, ਘਰ ਵਾਲਿਓ ਤੁਹਾਡੇ ਮਨ ਦਾ ਕੀ ਮਤਾ ਹੈ, ਮਨ ਵਿੱਚ ਕੀ ਲੈ ਕੇ ਆਏ ਹੋ, ਮਨ ਦਾ ਤੁਹਾਡੇ ਦਾ ਕੀ ਮਤਾ ਤੁਸੀਂ ਪਕਾਇਆ ਹੈ। ਕਿਸ ਬਿਦ ਕੋ ਹੈ ਕਰ ਉਚਾਰਾ। ਤੇ ਉਹ ਕਿਸ ਪ੍ਰਕਾਰ ਦਾ ਤੁਹਾਡਾ ਮਤਾ ਹੈ, ਮਤਾ ਕੀ ਹੈ, ਉਹਦੇ ਬਾਬਤ ਤੁਸੀਂ ਉਚਾਰ ਕੇ ਸਾਨੂੰ ਦੱਸਣਾ ਕਰੋ। ਕਹਿਬੇ ਉਚਿਤ ਹੋਏ ਕਛ ਕਹੋ। ਤੇ ਇਸ ਪ੍ਰਕਾਰ ਦੇ ਨਾਲ ਕਿਵੇਂ ਉਚਿਤ ਹੋ ਸਕਦਾ ਉਹ ਸਾਰਾ ਆਪ ਜੀ ਦੱਸਣਾ ਕਰੋ। ਜਥਾ ਕਾਮਨਾ ਤੈਸੇ ਲਹੋ। ਜਿਵੇਂ ਤੁਹਾਡੇ ਮਨ ਦੀ ਕਾਮਨਾ ਹੋਵੇਗੀ, ਮਾਤਾ ਜੀਤੋ ਜੀ ਨੂੰ ਕਹਿਣ ਲੱਗੇ ਗੁਰੂ ਪਾਤਸ਼ਾਹ ਜੀ, ਤੁਹਾਡੇ ਮਨ ਦੀ ਜੋ ਵੀ ਕਾਮਨਾ ਹੋਵੇਗੀ ਉਹ ਤੁਹਾਡੀ ਅਵਸ਼ ਪੂਰੀ ਹੋਵੇਗੀ। ਸੁਨ ਆਦਿ ਨ ਹੋਏ ਜੀਤੋ ਤਬੈ। ਤੇ ਉਸੇ ਵਕਤ ਬੜੇ ਸ਼ਰਧਾ ਦੇ ਵਿੱਚ ਭਿੱਜੇ ਹੋਏ ਮਾਤਾ ਜੀਤੋ ਜੀ ਬੜੇ ਅਧੀਨਗੀ ਦੇ ਨਾਲ, ਬੜੀ ਸ਼ਰਧਾ ਦੇ ਨਾਲ ਬੋਲੇ, ਕਹਿਣ ਲੱਗੇ, ਮਨ ਕੋ ਮਤਾ ਪਣਤ ਪੀ ਸਬੈ। ਤੇ ਕਹਿਣ ਲੱਗੇ ਜਿਹੜੇ ਮੇਰੇ ਮਨ ਦਾ ਮਤਾ ਹੈ ਉਹ ਇਸ ਪ੍ਰਕਾਰ ਦੇ ਨਾਲ ਹੈ। ਜਗ ਗੁਰ ਮੈਂ ਹੂੰ ਤੁਮਰੇ ਗ੍ਰਹਿ। ਤੇ ਪਾਤਸ਼ਾਹ ਜੀ ਮੇਰੇ ਮਨ ਦਾ ਮਤਾ ਹੈ, ਮਨ ਮੁਕਤੀ ਚਾਹੁੰਦਾ ਹੈ। ਤੇ ਜਦੋਂ ਮੈਂ ਆਪ ਜੀ ਦੇ ਘਰ ਦੇ ਵਿੱਚ ਰਹਿੰਦੀ ਹਾਂ, ਆਪ ਜੀ ਦੇ ਘਰ ਦੇ ਵਿੱਚ ਆਪ ਜੀ ਦਾ ਨਾਲ ਸੰਗ ਹੋਇਆ, ਆਪ ਜੀ ਦੇ ਘਰ ਦੇ ਵਿੱਚ ਜਦੋਂ ਤੋਂ ਰਹਿਣਾ ਕੀਤਾ ਹੈ। ਹੰਪੀ ਅਹ ਮਨੁਖੀ ਦੇਹ। ਕਿਉਂਕਿ ਅਸੀਂ ਵੀ ਇਹ ਮਨੁੱਖਾ ਦੇਹੀ ਪ੍ਰਾਪਤ ਕੀਤੀ ਹੈ। 84 ਲੱਖ ਜੂਨਾਂ ਦੇ ਵਿੱਚੋਂ ਜਿਹੜੀ ਉੱਤਮ ਦੇਹੀ ਮਨੁੱਖਾ ਦੇਹੀ ਉਹ ਪ੍ਰਾਪਤ ਕੀਤੀ ਹੈ। ਕਹਾਂ ਪਇਓ ਜੋ ਤ੍ਰਿਮਤ ਜਾਮਾ। ਫਿਰ ਕੀ ਹੋਇਆ ਕਿ ਸਾਡਾ ਜਿਹੜਾ ਉਹ ਇਸਤਰੀਆਂ ਵਾਲਾ ਜਾਮਾ ਹੈ, ਸਾਨੂੰ ਇਸਤਰੀਆਂ ਵਾਲਾ ਸਰੀਰ ਮਿਲਿਆ। ਮਨੁੱਖਾ ਜਾਤੀ ਦੇ ਵਿੱਚੋਂ ਅਸੀਂ ਜਿਹੜਾ ਉਹ ਇਸਤਰੀ ਵਾਲਾ ਸਰੀਰ ਧਾਰਨ ਕੀਤਾ, ਪ੍ਰਾਪਤ ਕੀਤਾ ਹੈ। ਬੀਤੀ ਬੈਸ ਆਪ ਕੇ ਤਾਮਾ। ਤੇ ਪਾਤਸ਼ਾਹ ਗੁਰੂਪਤੀ ਜੀਓ ਬਹੁਤ ਜਿਹੜੀ ਲੰਬੀ ਉਮਰ ਹੈ, ਬਹੁਤਾ ਜੀਵਨ ਦਾ ਸਮਾਂ ਉਹ ਆਪ ਜੀ ਦੇ ਘਰ ਦੇ ਵਿੱਚ ਰਹਿੰਦਿਆਂ, ਆਪ ਜੀ ਦੇ ਨਾਲ ਰਹਿੰਦਿਆਂ ਹੋਇਆਂ ਬਤੀਤ ਹੋਇਆ ਹੈ। ਪ੍ਰਾਪਤ ਨੇ ਸਤ ਸੰਗ ਵਿਸ਼ੇਸ਼। ਤੇ ਸਤਿਗੁਰੂ ਪਾਤਸ਼ਾਹ ਜੀ ਚਾਹੁੰਦੇ ਆ ਕਿ ਸਦਾ ਲਈ ਆਪ ਜੀ ਦਾ ਜਿਹੜਾ ਸਤ ਸੰਗ ਹੈ
ਉਹ ਪ੍ਰਾਪਤ ਹੁੰਦਾ ਰਹੇ। ਜਿਵੇਂ ਆਪ ਜੀ ਦੀਆਂ ਸੰਗਤਾਂ ਦੂਰ ਦਰਾਜ ਤੋਂ ਚੱਲ ਕੇ ਆ ਕੇ ਸਤ ਸੰਗਤ ਕਰਦੀਆਂ ਨੇ, ਉਸੇ ਤਰ੍ਹਾਂ ਮਨ ਦੀ ਇੱਛਾ ਹੈ ਸਤ ਸੰਗਤ ਦੀ ਪ੍ਰਾਪਤੀ ਹਮੇਸ਼ਾ ਬਣੀ ਰਹੇ। ਤੁਮ ਹੀ ਗੁਰ ਸਭ ਕੋ ਉਪਦੇਸ਼ੋ, ਤੇ ਆਪ ਜੀ ਸਾਰਿਆਂ ਨੂੰ ਆਈਆਂ ਹੋਈਆਂ ਸਿੱਖ ਸੰਗਤਾਂ ਨੂੰ ਗੁਰੂ ਪਾਤਸ਼ਾਹ ਜੀ ਉਹ ਆਪਣਾ ਪਾਵਨ ਉਪਦੇਸ਼ ਬਖਸ਼ਦੇ ਹੋ, ਆਪਣਾ ਪਾਵਨ ਉਪਦੇਸ਼ ਦੇ ਕੇ ਨਿਹਾਲ ਕਰਦੇ ਹੋ। ਨਿਜ ਪ੍ਰੈ ਸਿੱਖਣ ਜਿਮ ਸਮਝਾਵਹੋ, ਤੇ ਜਿਵੇਂ ਤੁਸੀਂ ਆਪਣੇ ਪਿਆਰੇ ਸੇਵਕਾਂ ਨੂੰ, ਪਿਆਰੀਆਂ ਆਈਆਂ ਹੋਈਆਂ ਸੰਗਤਾਂ ਨੂੰ ਆਪਣਾ ਪਾਵਨ ਉਪਦੇਸ਼ ਦੇ ਕਰਕੇ ਸਮਝਾਉਂਦੇ ਹੋ, ਤਿਮ ਮੋਕੋ ਉਪਦੇਸ਼ ਦ੍ਰਿੜਾਵੋ। ਉਸੇ ਪ੍ਰਕਾਰ ਦੇ ਨਾਲ ਗੁਰੂਪਤੀ ਜੀਓ ਜਿਵੇਂ ਆਈਆਂ ਹੋਈਆਂ ਸਿੱਖ ਸੰਗਤਾਂ ਨੂੰ, ਆਪਣੇ ਪਿਆਰੇ ਸੇਵਕਾਂ ਨੂੰ ਆਪਣਾ ਉਪਦੇਸ਼ ਦ੍ਰਿੜ ਕਰਵਾਉਂਦੇ ਹੋ, ਉਸੇ ਤਰ੍ਹਾਂ ਮੈਨੂੰ ਵੀ ਆਪਣਾ ਪਾਵਨ ਉਪਦੇਸ਼ ਦ੍ਰਿੜ ਕਰਵਾਓ। ਨਿਤ ਹੀ ਚਿਤ ਕੀ ਚਾਹ ਬਖਾਨੀ, ਇਸ ਪ੍ਰਕਾਰ ਦੇ ਨਾਲ ਮੇਰੀ ਜਿਹੜੀ ਮਨ ਦੀ ਇਹ ਚਾਹਤ ਸੀ ਉਹ ਆਪ ਜੀ ਨੂੰ ਮੈਂ ਦੱਸਣਾ ਕੀਤੀ ਹੈ। ਹਰ ਵੇਲੇ ਇਹ ਚਾਹਨਾ ਮਨ ਦੇ ਅੰਦਰ ਬਣੀ ਰਹਿੰਦੀ ਹੈ। ਮਨ ਥਿਰਤਾ ਲੈ ਜਿਮ ਨਿਜ ਥਾਨੀ, ਤੇ ਪਾਤਸ਼ਾਹ ਜੀ ਮਨ ਦੀ ਥਿਰਤਾ ਚਾਹੁੰਦੇ ਆ ਕਿ ਮਨ ਜਿਹੜਾ ਟਿਕਾਓ ਵਿੱਚ ਆ ਜਾਵੇ, ਮਨ ਸਹਿਜ ਵਿੱਚ ਟਿਕ ਜਾਵੇ। ਸ਼੍ਰੀ ਸਤਿਗੁਰ ਸੁਨ ਪਤਨੀ ਬਾਤ, ਇਸ ਪ੍ਰਕਾਰ ਦੇ ਨਾਲ ਜਦੋਂ ਮਾਤਾ ਜੀਤੋ ਜੀ ਦੇ ਬਚਨ ਸੁਨੇ ਹਨ ਸਤਿਗੁਰੂ ਪਾਤਸ਼ਾਹ ਜੀ ਨੇ, ਬੋਲੇ ਜੋਗ ਰੀਤ ਬਖਿਆਤ। ਤੇ ਸਤਿਗੁਰੂ ਪਾਤਸ਼ਾਹ ਜੀ ਪਾਵਨ ਉਪਦੇਸ਼ ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੋੜਨ ਦੀ ਵਿਧੀ ਹੈ, ਉਹ ਜੋੜਨ ਵਾਲਾ ਜਿਹੜਾ ਉਪਦੇਸ਼ ਆ ਉਹ ਬਖਸ਼ਿਸ਼ ਕਰਦੇ ਆ। ਸਤਿਗੁਰੂ ਪਾਤਸ਼ਾਹ ਜੀ ਬੋਲੇ, ਕਹਿਣ ਲਗੇ, ਦੋਹਰਾ ਮਨ ਤੇ ਸਭ ਸਾਧਨ ਬਣੇ, ਮਨ ਲਗ ਸਭ ਉਪਦੇਸ਼। ਪਾਤਸ਼ਾਹ ਜੀ ਕਹਿਣ ਲੱਗੇ ਜਿੰਨੇ ਸੁਖ ਸਾਧਨ ਨੇ ਉਹ ਵੀ ਮਨ ਵਾਸਤੇ ਨੇ, ਤੇ ਜਿੰਨਾ ਉਪਦੇਸ਼ ਹੈ ਉਹ ਵੀ ਸਾਰਾ ਉਪਦੇਸ਼ ਮਨ ਦੇ ਵਾਸਤੇ ਹੀ ਹੈ। ਮਨੁਆ ਪਲਟ ਗਿਆਨ ਹੋਏ, ਮਨ ਲਾਗੇ ਰਤ ਸ਼ੇਸ਼। ਮਨ ਦਾ ਸਿਰਫ ਪਲਟਣਾ ਹੀ ਹੈ। ਜਿਵੇਂ ਬੁੱਲੇ ਸ਼ਾਹ ਤੁਰੇ ਜਾ ਰਹੇ ਸੀ ਤੇ ਜ਼ਿਮੀਂਦਾਰ ਖੇਤ ਵਿੱਚ ਕੰਮ ਕਰ ਰਹੇ ਨੇ, ਉਹ ਪਨੀਰੀ ਨੂੰ ਇੱਕ ਖੇਤ ਵਿੱਚੋਂ ਪੁੱਟਦੇ ਨੇ ਤੇ ਦੂਸਰੇ ਖੇਤ ਵਿੱਚ ਲਾ ਰਹੇ ਨੇ। ਤੇ ਬੁੱਲਾ ਜੀ ਕਹਿਣ ਲੱਗੇ, ਬੁੱਲਿਆ ਰੱਬ ਦਾ ਕੀ ਪਾਉਣਾ, ਇਧਰੋਂ ਪੁੱਟਣਾ ਤੇ ਇਧਰ ਲਾਉਣਾ। ਮਨ ਨੂੰ ਦੁਨੀਆ ਵਾਲੇ ਪਾਸਿਓਂ ਜਿਹੜਾ ਹੈ ਉਹ ਉਠਾ ਕੇ ਉਹ ਅਕਾਲ ਪੁਰਖ ਵਾਹਿਗੁਰੂ ਵਾਲੇ ਪਰਮੇਸ਼ਰ ਵਾਲੇ ਪਾਸੇ ਨੂੰ ਲਾਉਣਾ, ਬਸ ਇੰਨੀ ਹੀ ਖੇਡ ਹੈ। ਇਸ ਕਰਕੇ ਕਹਿਣ ਲੱਗੇ ਜਦੋਂ ਮਨ ਦੁਨੀਆ ਵਾਲੇ ਪਾਸਿਓਂ, ਦੁਨੀਆ ਦੇ ਸੁੱਖ ਸਾਧਨਾ ਵਾਲੇ ਪਾਸਿਓਂ ਪਲਟ ਜਾਂਦਾ ਹੈ, ਉਲਟ ਜਾਂਦਾ ਹੈ, ਤੇ ਉਦੋਂ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਪ੍ਰੀਤ ਬਣਦੇ ਆ, ਫਿਰ ਦੇਰੀ ਨਹੀਂ ਲੱਗਦੀ, ਜੁੜਨ ਵਿੱਚ ਦੇਰੀ ਨਹੀਂ ਲੱਗਦੀ। ਮੁਖ ਹਿਰਦੈ ਲਖ ਸਵਾਸ ਕੋ, ਬ੍ਰਿਤ ਅੰਤਰ ਮੁਖ ਦੇ। ਸਤਿਗੁਰੂ ਪਾਤਸ਼ਾਹ ਜੀ ਪਾਵਨ ਉਪਦੇਸ਼ ਦਿੰਦੇ ਆ, ਕਹਿਣ ਲੱਗੇ ਜਿਹੜਾ ਸਾਹ ਲੈਣਾ ਹੈ, ਸਵਾਸ ਲੈਣਾ ਹੈ, ਜਿਹੜਾ ਆਪਾਂ ਸਾਹ ਲੈਨੇ ਆ, ਅੰਦਰ ਲੈ ਕੇ ਜਾਂਦੇ ਆ ਫਿਰ ਬਾਹਰ ਲੈ ਕੇ ਆਉਨੇ ਆ, ਇਹ ਸਵਾਸ ਲੈਣ ਦੀ ਜਿਹੜੀ ਕਿਰਿਆ ਹੈ, ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਕਿਰਿਆ ਵੱਲ ਧਿਆਨ ਦੇਣਾ। ਜਦੋਂ ਸਾਹ ਅੰਦਰ ਜਾਵੇ ਉਹਦੇ ਨਾਲ ਵਾਹੇ, ਜਦੋਂ ਬਾਹਰ ਆਵੇ ਗੁਰੂ, ਇਹ ਵੇਖਣਾ ਕਿ ਸਵਾਸ ਲੈਂਦਿਆਂ ਸਵਾਸ ਦੀ ਕਿਰਿਆ ਦੇ ਨਾਲ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਚੱਲ ਰਿਹਾ ਕਿ ਨਹੀਂ, ਉਹ ਸਵਾਸ ਦੇ ਵੱਲ ਧਿਆਨ ਦੇਣਾ, ਧਿਆਨ ਲਾਉਣਾ। ਕਿਉਂਕਿ ਕਈ ਵਾਰੀ ਜਗਿਆਸੂ ਜਿਹੜਾ ਹੈ ਹਰ ਧਰਮ ਦੇ ਪ੍ਰਚਾਰਕ ਨੂੰ ਸਵਾਲ ਕਰਦਾ ਹੈ ਕਿ ਮਨ ਜਿਹੜਾ ਹੈ ਉਹ ਸਿਮਰਨ ਦੇ ਨਾਲ ਕਿਵੇਂ ਜੁੜੇ, ਸਿਮਰਨ ਕਿਵੇਂ ਕੀਤਾ ਜਾਵੇ। ਤੇ ਜਿਹਦਾ ਤਾਂ ਹੁਣ ਆਪਣਾ ਜੁੜਿਆ ਹੋਇਆ ਹੈ, ਜਿਸ ਨੇ ਉਸ ਪਦਵੀ ਨੂੰ ਪ੍ਰਾਪਤ ਕਰ ਲਿਆ ਤਾਂ ਉਹ ਦੱਸ ਸਕਦਾ ਹੈ, ਉਹ ਲਾ ਸਕਦਾ ਹੈ, ਤੇ ਜਿਹਦਾ ਨਹੀਂ ਜੁੜਿਆ ਤੇ ਉਹ ਹੁਣ ਟਾਲਣ ਦੇ ਵਾਸਤੇ ਐਸਾ ਕੋਈ ਜਵਾਬ ਦਿੰਦਾ, ਤੇ ਜਿਹੜਾ ਜਗਿਆਸੂ ਪੁੱਛਣ ਵਾਲਾ ਹੈ ਉਹ ਕਈ ਫਿਰ ਰਸਤੇ ਤੋਂ ਭਟਕ ਜਾਂਦਾ ਹੈ, ਉਹ ਰਸਤੇ ਤੇ ਨਹੀਂ, ਮਾਰਗ ਤੇ ਮੰਜ਼ਲ ਤੇ ਪਹੁੰਚ ਨਹੀਂ ਸਕਦਾ, ਤੇ ਮਾਰਗ ਤੋਂ ਜਿਹੜਾ ਰਸਤੇ ਤੋਂ ਭਟਕ ਜਾਂਦਾ ਹੈ। ਕਿਉਂਕਿ ਜਦੋਂ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਨਾ ਹੈ, ਬਾਣੀ ਪੜ੍ਹਨੀ ਹੈ, ਕਿਉਂਕਿ ਸਾਹਿਬ ਪਾਤਸ਼ਾਹ ਜੀ ਨੇ ਸੁਣਨ ਦੀਆਂ ਆਪਾਂ 4 ਪੌੜੀਆਂ ਪਹਿਲਾਂ ਜਪਜੀ ਸਾਹਿਬ ਦੇ ਅੰਦਰ ਜਿਹੜੀਆਂ ਪੜ੍ਹਦੇ ਆ, ਸੁਣਦੇ ਆ, ਸੁਣਨ ਦੀ ਗੱਲ ਪਾਤਸ਼ਾਹ ਜੀ ਨੇ ਕੀਤੀ ਹੈ। ਮੁਖ ਤੋਂ ਕਿਹਾ ਹੋਇਆ ਜਦੋਂ ਕੰਨਾਂ ਦੇ ਨਾਲ ਸੁਣ ਕੇ ਅਸੀਂ ਅੰਦਰ ਲੈ ਕੇ ਜਾਵਾਂਗੇ, ਉਹ ਆ ਧਿਆਨ ਲਾਉਣ ਦੀ ਯੁਗਤ, ਧਿਆਨ ਲਾਉਣਾ। ਕਈ ਵਾਰੀ ਆਪਾਂ ਕੋਈ ਗੱਲ ਸੁਣਾ ਰਿਹਾ ਹੋਵੇ, ਉਹਦੀ ਗੱਲ ਸੁਣ ਰਹੀ ਹੋਈਏ,
ਤੇ ਗੱਲ ਸੁਣਦਿਆਂ ਕਿਤੇ ਸਾਡਾ ਧਿਆਨ ਉਖੜ ਜਾਵੇ ਤੇ ਅਸੀਂ ਕਹਿੰਦੇ ਆ 1 ਮਿੰਟ ਰੁਕ, ਮੈਨੂੰ ਆਹ ਗੱਲ ਦੁਬਾਰਾ ਦੱਸ। ਕਹਿੰਦਾ ਕਿਉਂ? ਕਹਿੰਦਾ ਮੈਂ ਸੁਣੀ ਨਹੀਂ। ਕਹਿੰਦਾ ਮੈਂ ਤਾਂ ਸੁਣਾ ਰਿਹਾ ਸੀ। ਕਹਿੰਦਾ ਮੇਰਾ ਧਿਆਨ ਭਟਕ ਗਿਆ ਸੀ, ਧਿਆਨ ਕਿਤੇ ਹੋਰ ਚਲਾ ਗਿਆ ਸੀ, ਮੈਂ ਸੁਣ ਨਹੀਂ ਸਕਿਆ, ਮੈਨੂੰ ਦੁਬਾਰਾ ਸੁਣਾ। ਇਸ ਕਰਕੇ ਧਿਆਨ ਦਾ ਲਾਉਣਾ, ਸਵਾਸ ਜਦੋਂ ਅੰਦਰ ਜਾਵੇ ਇਹ ਵੇਖਣਾ ਕਿ ਸਵਾਸ ਅੰਦਰ ਜਾਂਦਿਆਂ ਬਾਹਰ ਆਉਂਦਿਆਂ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਚਿਤ ਆਉਂਦਾ, ਉਹ ਚੇਤੇ ਵਿੱਚ ਆਉਂਦਾ ਕਿ ਨਹੀਂ ਸਵਾਸ ਲੈਂਦਿਆਂ। ਕਿਉਂਕਿ ਜਦੋਂ ਮਨੁੱਖ ਨੂੰ ਪਿਆਸ ਲੱਗਦੀ ਹੈ ਤੇ ਉਹ ਪੁਕਾਰਦਾ ਪਾਣੀ, ਪਾਣੀ ਪੁਕਾਰਦਾ। ਜਦੋਂ ਭੁੱਖ ਲੱਗਦੀ ਹੈ ਤੇ ਭੋਜਨ ਲਈ ਪੁਕਾਰਦਾ। ਤੇ ਹੁਣ ਜਦੋਂ ਪਿਆਸ ਲੱਗੀ ਹੋਵੇਗੀ ਤੇ ਉਹ ਪੁੱਛਦਾ ਨਹੀਂ ਕਿ ਪਾਣੀ ਨੂੰ ਪੀਣਾ ਕਿਵੇਂ ਹੈ, ਭੁੱਖ ਲੱਗੀ ਹੋਵੇ ਤੇ ਪੁੱਛਦਾ ਨਹੀਂ ਕਿ ਰੋਟੀ ਖਾਣੀ ਕਿਵੇਂ ਹੈ। ਤੇ ਜਦੋਂ ਬੰਦੇ ਨੂੰ ਪਿਆਸ ਨਾ ਲੱਗੀ ਹੋਵੇ ਤੇ ਉਹਦੇ ਅੱਗੇ ਪਾਣੀ ਲਿਆ ਕੇ ਰੱਖ ਦਈਏ ਤੇ 20 ਨਖਰੇ ਮਾਰਦਾ, ਕਹਿੰਦਾ ਪਾਣੀ ਫਿਲਟਰ ਦਾ, ਪਾਣੀ ਕਿੱਥੋਂ ਲਿਆਂਦਾ ਹੈ, ਫ੍ਰਿਜ ਦਾ, ਘੜੇ ਦਾ ਜਾਂ ਕਿਹੜੀ ਕੰਪਨੀ ਦਾ? 20 ਤਰ੍ਹਾਂ ਦੇ ਨਖਰੇ ਮਾਰਦਾ ਕਿਉਂਕਿ ਅੰਦਰੋਂ ਪਿਆਸ ਨਹੀਂ ਲੱਗੀ। ਜੇ ਪਿਆਸ ਲੱਗੀ ਹੁੰਦੀ ਫਿਰ ਉਹਨੇ ਇਹ ਪੁੱਛਣਾ ਨਹੀਂ ਸੀ ਕਿਹੜੀ ਕੰਪਨੀ ਦਾ, ਕਿੱਥੋਂ ਲੈ ਕੇ ਆਇਆ। ਭੋਜਨ ਦੇ ਭੁੱਖ ਨਹੀਂ ਲੱਗੀ, ਥਾਲ ਪਰੋਸ ਕੇ ਅੱਗੇ ਰੱਖ ਦਿਓ, ਭਾਵੇਂ 36 ਪ੍ਰਕਾਰ ਦੇ ਪਦਾਰਥ ਪਰੋਸ ਦਿਓ, ਤੇ ਕਹਿੰਦਾ ਆਹ ਕੀ ਲਿਆਇਆ ਹੈ, ਆਹ ਕਿੱਥੋਂ ਲਿਆਇਆ, ਇਹ ਕਿਵੇਂ ਬਣਿਆ, ਉਹਦੇ ਲਈ 20 ਨਖਰੇ ਮਾਰਦਾ। ਤੇ ਜਦੋਂ ਭੁੱਖ ਲੱਗੀ ਹੋਵੇ ਫਿਰ ਭਾਵੇਂ ਬਾਸੀ ਵੀ ਜੁੜ ਜਾਵੇ ਉਹ ਛੱਡਦਾ ਨਹੀਂ, ਉਹ ਖੋਹ ਕੇ ਫਟਾਫਟ ਖਾ ਲੈਂਦਾ ਭੁੱਖ ਮਿਟਾਉਣ ਦੇ ਲਈ। ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਜਿੰਨੀ ਦੇਰ ਤੱਕ ਪਿਆਸ ਨਾ ਲੱਗੇ, ਭੁੱਖ ਨਾ ਲੱਗੇ, ਸਾਚੇ ਨਾਮ ਕੀ ਲਾਗੈ ਭੂਖ, ਜਿੰਨੀ ਦੇਰ ਉਹ ਭੁੱਖ ਨਾ ਲੱਗੇ ਉਨੀ ਦੇਰ ਤੱਕ ਜਿਹੜਾ ਮਨੁੱਖ ਹੈ ਉਹ ਪੁੱਛਣ ਵਿੱਚ ਏਦਾਂ ਹੀ ਨਖਰੇ ਮਾਰਦੇ ਸਮਾਂ ਲੰਘਾ ਦਿੰਦਾ। ਪਾਤਸ਼ਾਹ ਜੀ ਕਹਿਣ ਲੱਗੇ ਧਿਆਨ ਰੱਖਣਾ ਇਸ ਗੱਲ ਦਾ, ਜਿਹੜਾ ਸਿਮਰਨ ਕਰ ਰਹੇ ਆ, ਸਿਮਰਨ ਕਰਦੇ ਆ, ਉਹ ਸਵਾਸ ਜਿਹੜਾ ਅੰਦਰ ਜਾ ਰਿਹਾ ਹੈ ਬਾਹਰ ਆ ਰਿਹਾ ਹੈ, ਜਿਹੜੀ ਕਿਰਿਆ ਹੈ ਸਵਾਸ ਲੈਣ ਦੇ, ਉਹਦੇ ਨਾਲ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਿਹੜਾ ਉਹ ਚੇਤੇ ਵਿੱਚ ਆ ਰਿਹਾ ਹੈ ਕਿ ਨਹੀਂ। ਇਹ ਰੀਤ ਕਰਨਾ ਦੁਰਤ ਮਨੁਆ ਮ੍ਰਿਗ ਸੁਖ ਲੈ। ਤੇ ਜਦੋਂ ਇਸ ਪ੍ਰਕਾਰ ਦੇ ਨਾਲ ਇਹ ਕਿਰਿਆ ਵੱਲ ਧਿਆਨ ਦੇ ਕੇ ਦੇਖਦੇ ਆ, ਧਿਆਨ ਨੂੰ ਜੋੜਨ ਦਾ ਯਤਨ ਕਰਦੇ ਆ, ਤੇ ਮਨ ਜਿਹੜਾ ਫਿਰ ਉਹ ਸੁਖ ਦੀ ਪ੍ਰਾਪਤੀ ਕਰ ਲੈਂਦਾ ਹੈ। ਨੈਣ ਲਗੇ ਬੈਨਣ ਲਗੇ ਸਰਵਨ ਸ਼ਬਦ ਕੇ ਮਦ। ਤੇ ਨੈਣ ਤੇ ਜਿਹੜੇ ਬੈਣ ਨੇ, ਪਾਤਸ਼ਾਹ ਜੀ ਕਹਿਣ ਲੱਗੇ ਬੋਲ ਜਿਹੜੇ ਨੇ, ਤੇ ਜਿਹੜਾ ਧਿਆਨ ਹੈ ਜਦੋਂ ਸ਼ਬਦ ਦੇ ਵਿਚਕਾਰ ਭਾਵ ਸ਼ਬਦ ਦੇ ਵਿੱਚ ਲੱਗ ਜਾਵੇਗਾ, ਸ਼ਬਦ ਦੇ ਨਾਲ ਜਦੋਂ ਜੁੜ ਜਾਵੇਗਾ। ਉਪਰਤ ਮਨੁਆ ਬਿਖੈ ਤੇ ਬ੍ਰਹਮਨੰਦ ਸੁਖ ਸੁਧ। ਤੇ ਜਿਹੜਾ ਉਪਰਾਮ ਮਨ ਹੈ ਬਾਹਰ ਦੌੜਿਆ ਫਿਰਦਾ, ਉਹ ਉਪਰਾਮ ਮਨ ਜਦੋਂ ਇਸ ਪ੍ਰਕਾਰ ਦੇ ਨਾਲ ਇਹ ਵਿਧੀ ਬਣ ਗਈ, ਜਦੋਂ ਧਿਆਨ ਲਾਉਣਾ ਆ ਗਿਆ, ਜਦੋਂ ਧਿਆਨ ਲੱਗਣ ਲੱਗ ਪਿਆ, ਅੰਤਰਮੁਖੀ ਧਿਆਨ ਹੋ ਗਿਆ, ਤੇ ਉਦੋਂ ਫਿਰ ਜਿਹੜਾ ਹੈ ਉਪਰਾਮ ਮਨ ਭਟਕਦਾ ਹੋਇਆ ਟਿਕਾਓ ਦੇ ਵਿੱਚ ਆ ਜਾਂਦਾ ਹੈ, ਤੇ ਟਿਕਾਓ ਦੇ ਵਿੱਚ ਆ ਕੇ ਬ੍ਰਹਮ ਸੁਖ ਦੀ ਸੁਧ ਨੂੰ ਪ੍ਰਾਪਤ ਕਰ ਲੈਂਦਾ ਹੈ। ਜਿਹਬਾ ਤਾਲੂ ਮਦ ਦੇ ਨੈਣ ਲਗਾਵੇ ਨਾਕ। ਜਿਹੜੇ ਯੋਗ ਸਾਧਨਾ ਸਾਧਦੇ ਨੇ, ਉਹ ਜਦੋਂ ਯੋਗ ਸਾਧਨਾ ਸਾਧਦੇ ਨੇ ਧਿਆਨ ਲਾਉਣ ਦੇ ਲਈ, ਜਿਹੜੀ ਜ਼ੁਬਾਨ ਹੈ, ਜੀਭ ਹੈ ਜਿਹੜੀ, ਇਹਨੂੰ ਤਾਲੂ ਦੇ ਨਾਲ ਲਾ ਲੈਂਦੇ ਨੇ ਉੱਪਰ, ਤਾਲੂ ਦੇ ਨਾਲ ਲਾ ਕੇ, ਤੇ ਜਿਹੜਾ ਆਪਣਾ ਧਿਆਨ ਹੈ ਉਹ ਜਿਹੜਾ ਇਹ ਨੱਕ ਦੇ ਉੱਪਰ, ਇਹ ਵਾਲੀ ਸਿੱਧੇ ਉੱਪਰ ਨੱਕ ਦੇ ਉੱਪਰ, ਇੱਥੇ ਧਿਆਨ ਕੇਂਦਰਿਤ ਕਰ ਲੈਂਦੇ ਨੇ, ਤਾਂ ਕਿ ਜਿਹੜਾ ਧਿਆਨ ਹੈ ਉਹ ਟਿਕਾਓ ਵਿੱਚ ਆ ਜਾਵੇ, ਟਿਕ ਜਾਵੇ, ਸੁਰਤੀ ਜਿਹੜੀ ਹੈ ਉਹ ਟਿਕ ਜਾਵੇ। ਪਾਤਸ਼ਾਹ ਜੀ ਕਹਿਣ ਲੱਗੇ ਤਾਲੂ ਨਾਲ ਜ਼ੁਬਾਨ ਲਾ ਕੇ ਜਿਹੜਾ ਧਿਆਨ ਹੈ ਦੇਖਣਾ ਹੈ, ਉਹ ਆਪਣੇ ਨੱਕ ਦੇ ਉੱਪਰਲਾ ਜਿਹੜਾ ਹਿੱਸਾ ਹੈ ਭਰਵੱਟਿਆਂ ਦੇ ਵਿਚਾਲੇ ਦੇ, ਇਹਦੇ ਉੱਤੇ ਜਿਹੜਾ ਕੇਂਦਰਿਤ ਕਰਨਾ ਹੈ। ਪਹਿਲਾ ਐਸੇ ਸੇਵੀਏ ਸਤਿਗੁਰ ਪਦ ਮਨ ਭਾਕ। ਸਤਿਗੁਰ ਪਾਤਸ਼ਾਹ ਜੀ ਪਾਵਨ ਉਪਦੇਸ਼ ਦਿੰਦੇ ਆ, ਕਹਿਣ ਲੱਗੇ ਜਦੋਂ ਸ਼ੁਰੂ ਕਰਨਾ ਹੈ ਉਦੋਂ ਐਵੇਂ ਸੇਵਨਾ ਹੈ, ਐਵੇਂ ਆਰਾਧਨਾ ਹੈ, ਸੁਰਤੀ ਨੂੰ ਸਵਾਸਾਂ ਦੀ ਕਿਰਿਆ ਵਾਲੇ ਜਿਹੜਾ ਪਾਸੇ ਟਿਕਾਉਣਾ, ਧਿਆਨ ਲਾਉਣਾ। ਜੀਵ ਜਿਹੜੀ ਹੈ ਉਹ ਜਪਦਿਆਂ ਜਦੋਂ ਸ਼ਬਦ ਦੇ ਵਿੱਚ ਜਿਹੜੇ ਬੈਨ ਨੇ, ਸੁਰਤ ਜਿਹੜੀ ਹੈ, ਬੋਲ ਨੇ, ਨੈਣ ਨੇ, ਉਹ ਜੁੜ ਜਾਣ, ਤੇ ਇਸ ਪ੍ਰਕਾਰ ਦੇ ਨਾਲ ਕਰਦਿਆਂ ਸ਼ੁਰੂਆਤ ਜਦੋਂ ਕਰਨੀ ਹੈ ਜਪਣ ਦੇ। ਨਾਭ ਠਹਿਰਾਵੇ ਸਵਾਸ ਜਬ
ਬਿਰਤ ਥੰਬਾਵੇ ਅੰਤ। ਕਹਿੰਦੇ ਜਦੋਂ ਸਵਾਸਾਂ ਨੂੰ ਨਾਭੀ ਦੇ ਵਿੱਚ ਠਹਿਰਾਵੇ, ਸਵਾਸ ਨੂੰ ਅੰਦਰ ਲਿਜਾ ਕੇ ਨਾਭੀ ਦੇ ਵਿੱਚ ਕੁਝ ਸਮੇਂ ਲਈ ਰੋਕ ਲੈਣਾ, ਨਾਭੀ ਦੇ ਵਿੱਚ ਠਹਿਰਾਵ ਕਰ ਲੈਣਾ, ਤਦੋਂ ਬਿਰਤੀ ਨੂੰ ਅੰਤਰਮੁਖੀ ਕਰ ਲੈਣਾ, ਅੰਤਰਮੁਖੀ ਠਹਿਰਾਵੇ। ਜਦੋਂ ਸਵਾਸ ਸਾਡਾ ਅੰਦਰ ਗਿਆ, ਅੰਦਰ ਜਾਂਦੇ ਹੋਏ ਸਵਾਸ ਦੇ ਨਾਲ ਬਿਰਤੀ ਨੂੰ ਜਦੋਂ ਅੰਤਰਮੁਖੀ ਕਰ ਲੈਣਾ ਹੈ। ਬਹੀ ਬਾਸਨਾ ਰੋਕੀਏ ਤੀਨ ਮਾਸ ਲਗ ਸੰਤ। ਪਾਤਸ਼ਾਹ ਜੀ ਕਹਿਣ ਲੱਗੇ ਇਸ ਪ੍ਰਕਾਰ ਦੇ ਨਾਲ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਨੇ ਜਦੋਂ ਜਪਣ ਦੀ ਵਿਧੀ ਨੂੰ ਸ਼ੁਰੂ ਕਰਦੇ ਨੇ, ਕਰਦੇ ਆ ਕਹਿੰਦੇ 3 ਮਹੀਨੇ ਦਾ ਸਮਾਂ ਲੱਗਦਾ ਹੈ। ਉਹ ਆਪਣੀਆਂ ਜਿਹੜੀਆਂ ਵਾਸ਼ਨਾਵਾਂ ਨੇ ਉਹਨਾਂ ਨੂੰ ਰੋਕ ਲੈਂਦੇ ਨੇ। ਵਾਸ਼ਨਾਵਾਂ ਨੂੰ ਰੋਕ ਕੇ ਜਿਹੜਾ ਧਿਆਨ ਹੈ ਉਹ ਸਵਾਸ ਤੇ ਕੇਂਦਰਿਤ ਕਰ ਲੈਂਦੇ ਨੇ। ਜਿਹੜਾ ਸਵਾਸ ਅੰਦਰ ਜਾ ਰਿਹਾ ਹੈ, ਬਾਹਰ ਆ ਰਿਹਾ ਹੈ, ਉਹ ਸਵਾਸ ਦੇ ਵੱਲ ਧਿਆਨ ਜਦੋਂ ਲਾਉਂਦੇ ਨੇ, ਕੁਝ ਸਮਾਂ ਨਾਭੀ ਚ ਸਵਾਸਾਂ ਨੂੰ ਰੋਕਦੇ ਹਨ। ਉਹ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਇਸ ਪ੍ਰਕਾਰ ਦੇ ਨਾਲ 3 ਮਹੀਨੇ ਦਾ ਸਮਾਂ ਉਹਨਾਂ ਨੂੰ ਲੱਗਦਾ ਹੈ। ਵਾਸਨਾਵਾਂ ਨੂੰ ਰੋਕ ਕੇ ਕੰਟਰੋਲ ਕਰਕੇ ਧਿਆਨ ਨੂੰ ਜਿਹੜਾ ਸਵਾਸ ਤੇ ਕੇਂਦਰਿਤ ਕਰਦੇ ਹਨ। ਚੌਥ ਮਾਸ ਥਿਤ ਪਾਈ ਕੇ ਨਾਮ ਵਸਤ ਜੋ ਦੇਖ। ਤੇ ਜਦੋਂ ਚੌਥਾ ਮਹੀਨਾ ਆਰੰਭ ਹੁੰਦਾ ਹੈ, 3 ਮਹੀਨੇ ਇਸ ਤਰ੍ਹਾਂ ਕਰਦਿਆਂ ਬਤੀਤ ਹੋ ਗਏ, ਚੌਥਾ ਮਹੀਨਾ ਆਰੰਭ ਹੋਣ ਦੇ ਨਾਲ ਫਿਰ ਕੀ ਹੁੰਦਾ ਹੈ? ਟਿਕਾਓ ਪ੍ਰਾਪਤ ਹੋ ਜਾਂਦਾ ਹੈ। ਜਿਹੜਾ ਮਨ ਹੈ, ਉਪਰਾਮ ਹੈ, ਜਿਹੜਾ ਬਾਹਰ ਦੌੜਿਆ ਫਿਰਦਾ, ਸਾਡੀ ਜਿਹੜੀ ਬਿਰਤੀ ਹੈ ਉਹ ਬਾਹਰ ਮੁਖੀ ਹੈ, ਉਹ ਅੰਤਰਮੁਖੀ ਹੋ ਜਾਂਦੀ ਹੈ। ਬਿਰਤੀ ਦੇ ਅੰਤਰਮੁਖੀ ਹੋਣ ਦੇ ਨਾਲ ਮਨ ਜਦੋਂ ਸਹਿਜ ਵਿੱਚ ਅੰਤਰ ਆਤਮੇ ਟਿਕ ਜਾਂਦਾ ਹੈ, ਜਦੋਂ ਟਿਕਾਓ ਪ੍ਰਾਪਤ ਹੋ ਜਾਂਦਾ ਹੈ, ਤੇ ਉਦੋਂ ਵਾਹਿਗੁਰੂ ਪਰਮੇਸ਼ਰ ਦੇ ਨਾਮ ਰੂਪੀ ਵਸਤੂ ਨੂੰ ਲਖ ਲੈਂਦਾ ਹੈ, ਜਾਣ ਲੈਂਦਾ ਹੈ। ਸੋਈ ਅੰਗ ਆਪਨ ਲਖੇ ਇਹੀ ਜੋਗੀਸ਼ਰ ਪੇਖ। ਤੇ ਜਿਹੜੇ ਜੋਗੀਸ਼ਰ ਨੇ, ਯੋਗੀ ਨੇ, ਉਹ ਇਸੇ ਤਰ੍ਹਾਂ ਹੀ ਕਰਦੇ ਨੇ। ਫਿਰ ਜਦੋਂ ਉਹਨਾਂ ਦੀ ਸੁਰਤੀ ਟਿਕਾਓ ਵਿੱਚ ਆ ਜਾਂਦੀ ਹੈ, ਮਨ ਟਿਕ ਜਾਂਦਾ ਹੈ, ਤੇ ਸੁਰਤ ਜਿਹੜੀ ਹੈ ਵਾਹਿਗੁਰੂ ਪਰਮੇਸ਼ਰ ਦੇ ਨਾਮ ਨਾਲ ਜੁੜ ਜਾਂਦੀ ਹੈ, ਨਾਮ ਨੂੰ ਜਾਣ ਲੈਂਦੇ ਨੇ। ਫਿਰ ਆਪਣੇ ਅੰਗ ਸੰਗ ਹਰ ਵੇਲੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਵੇਖਦੇ ਨੇ। ਉਹਨਾਂ ਦੇ ਫਿਰ ਰੋਮ ਰੋਮ ਦੇ ਵਿੱਚੋਂ ਜਿਹੜੀ ਹੈ, ਹਰ ਅੰਗ ਦੇ ਵਿੱਚੋਂ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਧੁਨ ਗੂੰਜਣ ਲੱਗ ਪੈਂਦੀ ਹੈ। ਤੀਬਰ ਬਾਸ਼ਨਾ ਦੂਰ ਕਰ ਜਿਉ ਜਲ ਮਕਰੀ ਤਾਈ। ਜਿਹੜੀਆਂ ਇਹ ਸੰਸਾਰ ਰੂਪੀ ਵਸਤੂਆਂ ਨੇ, ਇਹ ਮਾਨੋ ਮੱਕੜੀ ਦੀ ਨਿਆਈ ਉੱਡੀਆਂ ਫਿਰਦੀਆਂ ਨੇ, ਜਿਹੜੀਆਂ ਸਾਡੇ ਮਨ ਨੂੰ ਭਰਮਾਉਂਦੀਆਂ ਨੇ। ਕਿਉਂਕਿ ਜਿਹੜੀਆਂ ਵਾਸ਼ਨਾਵਾਂ ਨੇ, ਉਹ ਵਾਸ਼ਨਾਵਾਂ ਸਾਡੇ ਮਨ ਨੂੰ ਟਿਕਣ ਨਹੀਂ ਦਿੰਦੀਆਂ, ਮਨ ਨੂੰ ਸਾਡੇ ਨੂੰ ਭੜਕਾਈ ਫਿਰਦੀਆਂ ਨੇ। ਮਨ ਇਹਨਾਂ ਵਾਸ਼ਨਾਵਾਂ ਦੇ ਕਾਰਨ ਦੌੜਿਆ ਫਿਰਦਾ, ਟਿਕਾਓ ਵਿੱਚ ਨਹੀਂ ਆਉਂਦਾ। ਤੇ ਜਦੋਂ ਵਾਸ਼ਨਾਵਾਂ ਅੰਦਰੋਂ ਬੰਦੇ ਦੀਆਂ ਮਰ ਜਾਂਦੀਆਂ ਨੇ, ਅਸੀਂ ਕਹਿੰਦੇ ਆ ਫਲਾਣੇ ਬੰਦੇ ਦੀ ਮਾਨਸਿਕ ਮੌਤ ਹੋ ਗਈ। ਮਨ ਦਾ ਮਰ ਜਾਣਾ, ਮਨ ਦਾ ਮਰ ਜਾਣਾ ਕੀ ਹੈ? ਫੁਰਨਿਆਂ ਦਾ ਮਰ ਜਾਣਾ, ਫੁਰਨੇ ਖਤਮ ਹੋ ਜਾਣੇ, ਮਨ ਟਿਕਾਓ ਵਿੱਚ ਆ ਜਾਣਾ, ਟਿਕ ਜਾਣਾ, ਮਨ ਦੌੜਨ ਤੋਂ ਰੁਕ ਜਾਣਾ। ਇਸ ਪ੍ਰਕਾਰ ਦੇ ਨਾਲ ਜਿਹੜਾ ਹੈ ਸਾਰੀਆਂ ਉਹਨਾਂ ਵਾਸ਼ਨਾਵਾਂ ਨੂੰ ਦੂਰ ਕਰਕੇ ਜਿਹੜੀ ਮੱਕੜੀ ਦੀ ਨਿਆਈ ਉੱਡੀਆਂ ਫਿਰਦੀਆਂ ਨੇ, ਇਹਨਾਂ ਤੋਂ ਆਪਣੇ ਆਪ ਨੂੰ ਦੂਰ ਕਰ ਲੈਣਾ। ਐਸੀ ਸਾਧੋ ਸਾਧਨਾ ਮਨੁਆ ਚਿੱਤ ਬਿਲਾਈ। ਕਹਿਣ ਲੱਗੇ ਇਸ ਪ੍ਰਕਾਰ ਦੇ ਨਾਲ ਜਿਹੜੀ ਸਾਧਨਾ ਕਰਨੀ ਹੈ, ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਵਿੱਚ ਜੁੜਨਾ ਹੈ। ਇਸ ਪ੍ਰਕਾਰ ਦੇ ਨਾਲ ਮਨ ਦੇ ਜਿਹੜੀ ਉਹ ਸਾਧਨਾ ਕਰਨੀ ਹੈ, ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਨ ਨੂੰ ਜੋੜਨਾ ਹੈ, ਸਾਧਨਾ ਵਿੱਚ ਜੁੜਨਾ ਹੈ। ਪੰਜ ਭੂਤ ਭੂ ਬਾਰ ਹਰ ਵਾਯੋ ਗਗਨ ਸਥੂਲ। ਇਹ ਦੇਹੀ ਜਿਹੜੀ ਹੈ 5 ਤੱਤਾਂ ਤੋਂ ਬਣੀ ਹੈ। 5 ਤੱਤਾਂ ਤੋਂ ਧਰਤੀ, ਹਵਾ, ਆਕਾਸ਼, ਪਾਣੀ, ਅਗਨੀ ਤੋਂ ਬਣੀ। 5 ਤੱਤਾਂ ਤੋਂ ਜਿਹੜੀ ਹੈ ਬਣੀ ਹੈ। 5 ਤੱਤ ਜਿਹੜੇ ਨੇ ਪਾਤਸ਼ਾਹ ਜੀ ਕਹਿਣ ਲੱਗੇ ਸਥੂਲ ਹਨ। ਗੰਧ ਰਸ ਰੂਪ ਸਪਰਸ ਤੁਨ ਸੂਖਮ ਕ੍ਰਮ ਇਹ ਮੂਲ। ਤੇ ਜਿਹੜੇ ਗੰਧ ਹੈ, ਸੁਗੰਧੀ, ਰਸ, ਰੂਪ, ਸਪਰਸ਼ ਕਰਨਾ, ਧੁਨ, ਜਿਹੜੇ ਬੋਲ ਨੇ, ਬੋਲਣਾ, ਪਾਤਸ਼ਾਹ ਜੀ ਕਹਿਣ ਲੱਗੇ ਸੂਖਮ ਨੇ, ਤੇ ਇਹ ਇਹਨਾਂ 5 ਤੱਤਾਂ ਦਾ ਮੂਲ ਹਨ।
ਪ੍ਰਾਨ ਅਮਾਨ ਸਮਾਨ ਤ੍ਰੈ ਹੁਣ ਬਿਆਨ ਉਦਿਆਨ। ਪ੍ਰਾਨ ਅਪਾਨ ਸਮਾਨ ਤਿੰਨ ਤੇ ਬਿਆਨ ਤੇ ਉਦਿਆਨ ਇਹ ਜਿਹੜੇ ਪੰਜ ਹਨ। ਔਰ ਪਾਇਓ ਰਿਦ ਸੰਦ ਲਖ ਨਾੜੀ ਪੰਜ ਸਥਾਨ। ਇਸ ਪ੍ਰਕਾਰ ਦੇ ਨਾਲ ਔਰ ਹਿਰਦਾ ਤੰਦ ਤੇ ਰਿਦ ਪਾਯੂ ਨਾੜੀ ਇਹ ਜਿਹੜੇ ਅੱਗੇ ਇਹਨਾਂ ਦੇ ਉਪ ਜਿਹੜੇ ਮੂਲ ਨੇ ਉਹਨਾਂ ਦੇ ਬਾਬਤ ਦੱਸ ਰਹੇ ਨੇ। ਇਹ ਅੱਗੋਂ ਉਹਨਾਂ ਦੇ ਉਪ ਮੂਲ ਹਨ, ਪੰਜ ਸਥਾਨ ਹਨ। ਨਾਗ ਕਛੁ ਕ੍ਰਿਕ ਕਲੀ ਦੇਵ ਦਤ ਧਨ ਜੀਤ। ਨਾਗ ਹੈ, ਕਛੂ ਹੈ, ਕ੍ਰਿਕਲੀ ਹੈ, ਦੇਵ ਦਤ ਹੈ, ਧਨ ਜੀਤ। ਇਹ ਜਿਹੜੇ ਸਾਰੇ ਅੱਗੇ ਸਰੀਰ ਦੀ ਕਰਨ ਵਾਲੇ ਕਿਰਿਆ ਜਿਹੜੇ ਮੂਲ ਅੱਗੇ ਕਰਨ ਵਾਲੇ ਉਪ ਮੂਲ ਅੱਗੇ ਉਹਨਾਂ ਦੀ ਕਿਰਿਆ ਕਰਨ ਵਾਲੇ ਹਨ। ਉਦਗਾਰ ਨੇਤਰ ਛਿਕ ਜੰਬਣਾਮ ਮੂਏ ਕਪਾਲੀ ਰੀਤ। ਡਕਾਰ ਮਾਰਨਾ, ਵੇਖਣਾ, ਛਿਕ ਮਾਰਨੀ, ਜੰਬਣਾ ਜਿਹੜਾ ਉਬਾਸੀ ਲੈਣਾ, ਇਹ ਸਾਰੀ ਅੱਗੇ ਇਹਨਾਂ ਦੀ ਕਿਰਿਆ ਹੈ। ਪਿੰਨ ਪਿੰਨ ਸਭ ਬਾਂਟ ਕਰ ਤਤਨ ਧਾਤੂ ਬਾਂਟ। ਪਾਤਸ਼ਾਹ ਜੀ ਕਹਿਣ ਲੱਗੇ ਇਹਨਾਂ ਨੂੰ ਸਾਰਿਆਂ ਨੂੰ ਅਲੱਗ-ਅਲੱਗ ਵੰਡ ਲੈਣਾ। ਜਿਵੇਂ ਪਿੱਛੇ ਦੱਸ ਕੇ ਆਏ ਨੇ, ਪਾਤਸ਼ਾਹ ਜੀ ਕਹਿੰਦੇ ਇਹਨਾਂ ਸਾਰਿਆਂ ਨੂੰ ਜਿਹੜਾ ਹੈ ਤੱਤਾਂ ਨੂੰ ਅਲੱਗ-ਅਲੱਗ ਕਰਕੇ ਵੰਡ ਲੈਣਾ ਹੈ। ਅੰਤਹਿ ਕਰਨ ਸੋ ਭਿੰਨ। ਨਾ ਮਨ ਜਿਹੜਾ ਉਹ ਪਾਣੀ ਹੈ, ਨਾ ਆਕਾਸ਼ ਹੈ, ਨਾ ਹਵਾ ਹੈ, ਨਾ ਆਗਨੀ ਹੈ। ਇਸ ਪ੍ਰਕਾਰ ਦੇ ਨਾਲ ਮਨ ਦੇ ਅੰਦਰ ਫਿਰ ਇਹ ਵਿਚਾਰਨਾ ਹੈ ਕਿ ਮਨ ਇਹਨਾਂ ਦਾ ਹਿੱਸਾ ਨਹੀਂ। ਮਨ ਨੂੰ ਫਿਰ ਕੀ ਕਰਨਾ ਹੈ? ਮਨ ਨੂੰ ਫਿਰ ਆਤਮਾ ਵਾਲੇ ਪਾਸੇ ਜੋੜਨਾ ਹੈ, ਮਨ ਨੂੰ ਆਤਮਾ ਵਾਲੇ ਪਾਸੇ ਕਰਕੇ ਲਾਉਣਾ ਹੈ। ਇਹਨਾਂ ਸਾਰਿਆਂ ਨੂੰ ਵੱਖ-ਵੱਖ ਕਰਕੇ ਅੰਤਸ਼ਕਰਨ ਜਿਹੜਾ ਉਹਨੂੰ ਵੱਖ ਜਾਣਨਾ ਹੈ। ਇਹੀ ਗਿਆਨ ਇਹ ਜੋਗ ਹੈ, ਇਹੀ ਭਗਤ ਕਾ ਕਾਜ। ਪਾਤਸ਼ਾਹ ਜੀ ਕਹਿਣ ਲੱਗੇ ਇਹੀ ਯੋਗ ਹੈ, ਇਹੀ ਗਿਆਨ ਹੈ ਤੇ ਭਗਤ ਦੇ ਕਰਨ ਵਾਲਾ ਇਹੀ ਕਾਰਜ ਹੈ ਜਿਸ ਕਰਕੇ ਮਨੁੱਖਾ ਜਨਮ ਮਿਲਿਆ ਹੈ। ਸੰਸਾਰ ਦੇ ਜਿਹੜਾ ਜਿਸ ਕਰਕੇ ਆਉਣਾ ਹੋਇਆ ਹੈ ਉਹ ਇਹੀ ਹੈ ਕਿ ਇਹਨਾਂ ਸਾਰਿਆਂ ਤੋਂ ਆਪਣੇ ਆਪ ਨੂੰ ਵੱਖ ਕਰਕੇ ਜਾਣਨਾ ਕਿ ਮਨ ਜਿਹੜਾ ਇਹਨਾਂ ਦਾ ਹਿੱਸਾ ਨਹੀਂ। ਮਨ ਨੂੰ ਅੰਤਸ਼ਕਰਨ ਵਾਲੇ ਪਾਸੇ, ਆਤਮਾ ਵਾਲੇ ਪਾਸੇ ਜੋੜਨਾ ਹੈ। ਇਹੀ ਗਿਆਨ ਹੈ, ਇਹੀ ਜਿਹੜਾ ਭਗਤੀ ਦਾ ਅਸਲ ਕਾਰਜ ਹੈ। ਜਗ ਦਾਨ ਤੀਰਥ ਤਪਨ ਜਾਂ ਬਿਦ ਮਨ ਕੋ ਸਾਜ। ਮਨ ਨੂੰ ਸਵਾਰਨ ਦੇ ਵਾਸਤੇ ਬੜੇ ਬੜੇ ਲੋਕ ਜਗ ਕਰਦੇ ਨੇ, ਬੜਾ ਬੜਾ ਦਾਨ ਕਰਦੇ ਨੇ, ਬੜੇ ਬੜੇ ਤੀਰਥਾਂ ਤੇ ਜਾਂਦੇ ਨੇ, ਬੜਾ ਬੜਾ ਤਪ ਸਾਧਦੇ ਨੇ ਕਿ ਕਿਸੇ ਪ੍ਰਕਾਰ ਦੇ ਨਾਲ ਜਿਹੜਾ ਮਨ ਵਸ ਆ ਜਾਵੇ, ਮਨ ਜਿਹੜਾ ਕਾਬੂ ਵਿੱਚ ਆ ਜਾਵੇ, ਮਨ ਜਿਹੜਾ ਉਪਰਾਮ ਹੈ। ਕਿਉਂਕਿ ਸਾਹਿਬ ਜੀ ਕਹਿੰਦੇ ਮਨ ਬਸ ਆਵੈ ਨਾਨਕਾ। ਜਦੋਂ ਗੁਰੂ ਦੀ ਕਿਰਪਾ ਹੋ ਜਾਂਦੀ ਹੈ, ਗੁਰੂ ਦੀ ਰਹਿਮਤ ਵਰਤਦੀ ਹੈ, ਫਿਰ ਜਾ ਕੇ ਮਨ ਜਿਹੜਾ ਜੀਵ ਦਾ ਵਸ ਵਿੱਚ ਆਉਂਦਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਕਿ ਜਦੋਂ ਮਨ ਨੂੰ ਸਾਧਨ ਵਾਸਤੇ, ਮਨ ਨੂੰ ਕਾਬੂ ਕਰਨ ਵਾਸਤੇ ਦੁਨੀਆ ਦੇ ਲੋਕ ਬੜੇ ਬੜੇ ਯੋਗ ਕਰਦੇ ਨੇ, ਬੜਾ ਬੜਾ ਦਾਨ ਕਰਦੇ ਨੇ, ਬੜੇ ਬੜੇ ਤੀਰਥਾਂ ਤੇ, ਕੋਈ ਤੀਰਥਾਂ ਤੇ ਸਾਰੀ ਸਾਰੀ ਉਮਰ ਲੰਘਾ ਦਿੰਦਾ, ਕੋਈ ਤਪ ਕਰਦੇ ਆ ਸਾਰੀ ਸਾਰੀ ਉਮਰ ਲੰਘ ਜਾਂਦੀ ਹੈ। ਕਈਆਂ ਦਾ ਫਿਰ ਵੀ ਮਨ ਕਾਬੂ ਵਿੱਚ ਨਹੀਂ ਆਉਂਦਾ, ਕਈ ਕਈ ਜਨਮ ਵੀ ਲੱਗ ਜਾਂਦੇ ਨੇ, ਮਨ ਕਾਬੂ ਵਿੱਚ ਨਹੀਂ ਆਉਂਦਾ। ਤੇ ਜਦੋਂ ਗੁਰੂ ਦੀ ਕਿਰਪਾ ਹੋ ਜਾਵੇ ਫਿਰ ਮਨ ਕਾਬੂ ਆਉਣ ਵਿੱਚ, ਮਨ ਦੇ ਉਸ ਵਾਹਿਗੁਰੂ ਪਰਮੇਸ਼ਰ ਨਾਲ ਜੁੜਨ ਵਿੱਚ ਫਿਰ ਦੇਰੀ ਨਹੀਂ ਲੱਗਦੇ। ਚੌਪਈ ਦਿਨ ਕੈ ਨਿਸਮੈ ਅਲਪਹਾਰੀ। ਪਾਤਸ਼ਾਹ ਜੀ ਕਹਿਣ ਲੱਗੇ ਦਿਨ ਤੇ ਰਾਤ ਦੇ ਸਮੇਂ ਬਹੁਤ ਘੱਟ ਜਿਹੜਾ ਭੋਜਨ ਉਹ ਛਕਣਾ ਹੈ। ਦਮ ਕੋ ਸਾਧੈ ਮਨ ਸੁਧਾਰੀ। ਇਸ ਕਰਕੇ ਦਮ ਨੂੰ ਸਾਧਨਾ ਹੈ, ਮਨ ਨੂੰ ਸੁਧਾਰਨ ਦੇ ਵਾਸਤੇ ਦਮ ਨੂੰ ਸਾਧਨਾ ਹੈ। ਮਿਥਿਆ ਤਨ ਤਨ ਸੁਤਿਆਰ ਦਾਰਾ। ਇਹ ਜਿਹੜਾ ਸਰੀਰ ਹੈ, ਤਨ ਹੈ, ਧਨ ਹੈ, ਧੀਆਂ ਪੁੱਤਰ ਨੇ, ਇਹ ਸਾਰਿਆਂ ਨੂੰ ਮਿਥਿਆ ਝੂਠ ਕਰਕੇ ਜਾਣਨਾ ਹੈ। ਮਿਥਿਆ ਜਗ ਕੋ ਬ੍ਰਿੰਦ ਪਸਾਰਾ। ਤੇ ਜਿੰਨਾ ਵੀ ਸੰਸਾਰ ਦਾ ਪਸਾਰਾ ਹੈ ਜਿਹੜਾ ਵੇਖ ਰਹੇ ਆ, ਪਾਤਸ਼ਾਹ ਜੀ ਕਹਿਣ ਲੱਗੇ ਇਹਨੂੰ ਵੀ ਮਿਥਿਆ ਕਰਕੇ ਜਾਣਨਾ ਹੈ। ਇਹ ਸਾਰਾ ਕੁਝ ਮਿਥਿਆ ਝੂਠ, ਸਾਰਾ ਕੁਝ ਬਿਨਸ ਜਾਣ ਵਾਲਾ ਹੈ।
ਧੀਆਂ ਪੁੱਤਰ ਨੇ, ਸਾਕ ਸੰਬੰਧੀ ਨੇ, ਪਤੀ ਪਤਨੀ ਦਾ ਰਿਸ਼ਤਾ ਹੈ, ਸੰਸਾਰ ਦਾ ਜਿਤਨਾ ਵੀ ਪਾਤਸ਼ਾਹ ਕਹਿਣ ਲੱਗੇ ਪਸਾਰਾ ਹੈ, ਇਹਨੂੰ ਸਾਰਿਆਂ ਨੂੰ ਜਿਹੜਾ ਹੈ ਉਹ ਝੂਠ ਕਰਕੇ ਜਾਣਨਾ ਹੈ। ਪ੍ਰਾਪਤ ਜੋਗ ਬਨੈ ਅਭਿਆਸੀ। ਇਸ ਪ੍ਰਕਾਰ ਦੇ ਨਾਲ ਅਭਿਆਸ ਕਰਦਿਆਂ ਜਿਹੜਾ ਉਹ ਯੋਗ ਹੈ, ਜੁੜਨ ਦਾ ਜਿਹੜਾ ਮਾਰਗ ਹੈ, ਉਹ ਤੇ ਚੱਲਦਿਆਂ ਹੋਇਆਂ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੀਵ ਜੁੜ ਜਾਂਦਾ ਹੈ। ਬਿਨ ਅਭਿਆਸ ਪਰ ਜਮ ਫਾਸੀ। ਤੇ ਜਿਹੜੇ ਅਭਿਆਸ ਨਹੀਂ ਕਰਦੇ ਮਨੁੱਖਾ ਜਨਮ ਨੂੰ ਪਾ ਕੇ, ਪਾਤਸ਼ਾਹ ਕਹਿੰਦੇ ਜਿਹੜੇ ਤਾਂ ਅਭਿਆਸ ਕਰਦੇ ਨੇ ਉਹ ਤਾਂ ਜੀਵਨ ਮੁਕਤ ਹੋ ਜਾਂਦੇ ਨੇ, ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਕਰ ਲੈਂਦੇ ਨੇ। ਤੇ ਜਿਹੜੇ ਨਾਮ ਨੂੰ ਨਹੀਂ ਸਿਮਰਦੇ ਉਹਨਾਂ ਦੇ ਗਲਾਂ ਦੇ ਵਿੱਚ ਜਮਾਂ ਦੀ ਫਾਸੀ ਪੈਂਦੀ ਹੈ। ਪਾਤਸ਼ਾਹ ਜੀ ਸਾਨੂੰ ਰੋਜ਼ ਕਹਿੰਦੇ ਨੇ, ਰੋਜ਼ ਯਾਦ ਕਰਾਉਂਦੇ ਨੇ। ਆਪਾਂ ਜਦੋਂ ਰਹਿਰਾਸ ਸਾਹਿਬ ਦਾ ਪਾਠ ਕਰਦੇ ਹਾਂ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤਾ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਹਰ ਰੋਜ਼ ਆਪਾਂ ਪੜ੍ਹਦੇ ਵੀ ਹਾਂ, ਸੁਣਦੇ ਵੀ ਹਾਂ। ਸਾਹਿਬ ਸਾਨੂੰ ਹਰ ਰੋਜ਼ ਪੁਕਾਰ ਕੇ ਯਾਦ ਕਰਾਉਂਦੇ ਨੇ। ਉਹ ਗੱਲ ਵੱਖਰੀ ਹੈ, ਅਸੀਂ ਧਿਆਨ ਨਹੀਂ ਦਿੰਦੇ। ਪਾਤਸ਼ਾਹ ਜੀ ਕਹਿਣ ਲੱਗੇ ਜਿਹੜੇ ਤਾਂ ਅਭਿਆਸ ਕਰਦੇ ਨੇ, ਸਿਮਰਦੇ ਨੇ, ਆਰਾਧਦੇ ਨੇ, ਉਸ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰ ਲੈਂਦੇ ਨੇ, ਪਾ ਲੈਂਦੇ ਨੇ, ਉਹਦੇ ਨਾਲ ਜੁੜ ਜਾਂਦੇ ਨੇ, ਜੀਵਨ ਨੂੰ ਸਫਲ ਕਰ ਲੈਂਦੇ ਨੇ। ਤੇ ਜਿਹੜੇ ਨਹੀਂ ਸਿਮਰਦੇ ਉਹਨਾਂ ਦੇ ਗਲਾਂ ਦੇ ਵਿੱਚ ਜਮਾਂ ਦੀ ਫਾਹੀ ਪੈਂਦੀ ਹੈ, ਜਮ ਉਹਨਾਂ ਦੇ ਗਲ ਵਿੱਚ ਫਾਹੀ ਪਾ ਲੈਂਦੇ ਹਨ। ਰਾਜ ਜੋਗ ਇਹ ਤੋਹੇ ਬਤਾਇਓ। ਪਾਤਸ਼ਾਹ ਜੀ ਕਹਿਣ ਲੱਗੇ ਇਹ ਰਾਜ ਜੋਗ ਜਿਹੜਾ ਸਿਮਰਨ ਕਰਨ ਦਾ ਅਭਿਆਸ ਅਸੀਂ ਤੁਹਾਨੂੰ ਦੱਸਿਆ, ਰੋਜ਼ ਰਾਜ ਜੋਗ ਦੇ ਬਾਬਤ ਅਸੀਂ ਆਪ ਜੀ ਨੂੰ ਦੱਸਣਾ ਕੀਤਾ ਹੈ। ਕਰ ਸਾਧਨ ਜੇ ਚਿਤ ਲਲਚਾਇਓ। ਤੇ ਜੇ ਤੁਹਾਡਾ ਮਨ ਲਲਚਾਇਆ, ਤੁਸੀਂ ਚਾਹੁੰਦੇ ਹੋ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨਾਲ ਜੁੜਨਾ, ਤਾਂ ਫਿਰ ਆਪ ਜੀ ਇਸ ਅਭਿਆਸ ਨੂੰ ਕਰਨਾ ਕਰੋ। ਸੁਨ ਸਤਿਗੁਰ ਕੀ ਬਚਗਤ ਜੋਗ। ਇਸ ਪ੍ਰਕਾਰ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਦੇ ਬਚਨ ਮਾਤਾ ਜੀਤੋ ਜੀ ਨੇ ਸੁਨੇ ਹਨ। ਸ਼੍ਰੀ ਜੀਤੋ ਜੀ ਲਾਗੀ ਜੋਗ। ਤੇ ਗੁਰੂ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਸੁਣ ਕੇ ਹੁਣ ਕਮਾਉਣਾ ਸ਼ੁਰੂ ਕਰ ਦਿੱਤਾ ਹੈ। ਅਭਿਆਸ ਜਿਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਨੇ ਦੱਸਿਆ ਉਸੇ ਤਰ੍ਹਾਂ ਸ਼ੁਰੂ ਕਰ ਦਿੱਤਾ ਹੈ। ਬੰਧਨ ਕਰ ਬੈਠੀ ਇੱਕ ਥਾਨ। ਗੁਰੂ ਸਾਹਿਬ ਜੀ ਨੂੰ ਬੰਦਨਾ ਕੀਤੀ ਤੇ ਬੰਦਨਾ ਕਰਕੇ ਇੱਕ ਥਾਂ ਤੇ ਚੌਂਕੜਾ ਲਾ ਕੇ ਬੈਠ ਗਏ ਹਨ। ਸਾਧਨ ਲਾਗੇ ਸਵਾਸ ਮਹਾਨ। ਇਸ ਪ੍ਰਕਾਰ ਦੇ ਨਾਲ ਸਾਧਨਾ ਦੇ ਵਿੱਚ ਜੁੜੇ ਨੇ ਤੇ ਸਵਾਸ ਜਿਹੜੇ ਨੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਨਾਲ ਜੋੜਨ ਦਾ ਅਭਿਆਸ ਕਰ ਰਹੇ ਨੇ। ਸਵਾਸਾਂ ਨੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਵਿੱਚ ਜੋੜ ਰਹੇ ਨੇ, ਸਫਲ ਕਰ ਰਹੇ ਨੇ। ਗੁਰੂ ਸਾਹਿਬ ਜੀ ਦੇ ਹੁਕਮ ਨੂੰ ਪਾ ਕਰਕੇ ਮਾਤਾ ਜੀਤੋ ਜੀ ਨੇ ਵਾਹਿਗੁਰੂ ਪਰਮੇਸ਼ਰ ਦੇ ਸਿਮਰਨ ਕਰਨ ਦਾ ਅਭਿਆਸ ਜਿਹੜਾ ਆਰੰਭ ਕੀਤਾ ਹੈ। ਸਿਮਰਨ ਕਰਦਿਆਂ ਕਿਵੇਂ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਕੁਝ ਸਮਾਂ ਬਤੀਤ ਹੁੰਦਾ ਹੈ, ਰਿਧੀਆਂ ਸਿੱਧੀਆਂ ਆਉਂਦੀਆਂ ਨੇ, ਆਪਣੇ ਆਪ ਦਾ ਗਿਆਨ ਹੁੰਦਾ ਹੈ, ਭਵਿੱਖਤ ਦਾ ਗਿਆਨ ਹੋ ਜਾਂਦਾ ਹੈ, ਤੇ ਫਿਰ ਕਿਵੇਂ ਆ ਕੇ ਮਾਤਾ ਜੀਤੋ ਜੀ ਗੁਰੂ ਸਾਹਿਬ ਜੀ ਨੂੰ ਬੇਨਤੀ ਕਰਦੇ ਨੇ ਕਿ ਆਉਣ ਵਾਲੇ ਸਮੇਂ 'ਚ ਜਦੋਂ ਵੇਖਦੇ ਨੇ ਕਿ ਜੰਗ ਦੇ ਵਿੱਚ ਸਾਰਾ ਸਰਬੰਸ ਜਿਹੜਾ ਉਹ ਕੁਰਬਾਨ ਹੋ ਜਾਣਾ ਹੈ ਤੇ ਪੁੱਤਰਾਂ ਨੂੰ ਰੱਖਣ ਦੀ ਬੇਨਤੀ ਕਰਦੇ ਨੇ। ਇਹ ਆਪ ਜੀ ਅਗਲੇਰੇ ਪ੍ਰਕਰਣ ਦੇ ਅੰਦਰ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਇੱਥੇ ਹੀ ਪ੍ਰਕਰਣ ਦੀ ਸਮਾਪਤੀ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਇਤਿਹਾਸ ਨੂੰ ਵਾਚਦਿਆਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ ਗੁਰੂ ਪਾਤਸ਼ਾਹ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਭੁੱਲਾਂ ਨਾ ਚਿਤਾਰਨੀਆਂ ਅਸ਼ੇਸ਼ ਬਖਸ਼ਣੀ ਸਤਿਗੁਰੂ ਪਾਤਸ਼ਾਹ ਜੀ ਅੱਗੇ ਲਈ ਸੁਮਤ ਪ੍ਰਦਾਨ ਕਰਨ। ਵਾਹਿਗੁਰੂ 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 ਵਾਹਿਗੁਰੂ। ਭੂਲੇ ਮਾਰਗ ਜਿਨ ਬਤਾਇਆ, ਭੂਲੇ ਮਾਰਗ ਜਿਨ ਬਤਾਇਆ, ਤਹ ਬਤਾਇਆ, ਭੂਲੇ ਮਾਰਗ ਜਿਨ ਬਤਾਇਆ। ਐਸਾ ਗੁਰ ਵਡ ਭਾਗੇ ਪਾਇਆ, ਐਸਾ ਗੁਰ ਵਡ ਭਾਗੇ ਪਾਇਆ,
ਐਸਾ ਗੁਰ ਵਡ ਭਾਗੇ ਪਾਇਆ, ਐਸਾ ਗੁਰ ਵਡ ਭਾਗੇ ਪਾਇਆ। ਭੋਲੇ ਮਾਰਗ ਜਿਨ ਬਤਾਇਆ, ਭੋਲੇ ਮਾਰਗ ਜਿਨ ਬਤਾਇਆ। ਭੂਲੇ ਮਾਰਗ ਜਿਨਹਿ ਬਤਾਇਆ, ਭੂਲੇ ਮਾਰਗ ਜਿਨਹਿ ਬਤਾਇਆ। ਐਸਾ ਗੁਰ ਵਡ ਭਾਗੇ ਪਾਇਆ, ਐਸਾ ਗੁਰ ਵਡ ਭਾਗੇ ਪਾਇਆ। ਐਸਾ ਗੁਰ ਵਡ ਭਾਗੇ ਪਾਇਆ, ਐਸਾ ਗੁਰ ਵਡ ਭਾਗੇ ਪਾਇਆ। ਵਾਹਿਗੁਰੂ ਵਾਹਿਗੁਰੂ, 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 ਵਾਹਿਗੁਰੂ ਵਾਹਿਗੁਰੂ। ਏ ਅਚੁਤ ਹੈ ਪਾਰ ਬ੍ਰਹਮ, ਅਵਨਾਸੀ ਅਗਨਾਸ, ਏ ਪੂਰਨ ਹੈ ਸਰਬ ਮੈਂ। ਦੁਖ ਪੰਜਨ ਗੁਣ ਤਾਸ, ਏ ਸੰਗੇ ਹੈ ਨਿਰੰਕਾਰ, ਨਿਰਗੁਣ ਸਭ ਟੇਕ। ਏ ਗੋਬਿੰਦ ਹੈ ਗੁਣ ਨਿਧਾਨ, ਜਾ ਕੇ ਸਦਾ ਬਵੇਕ। ਏ ਅਪਰੰਪਰ ਹਰ ਹਰੇ, ਪੀ ਹੋਵਨ ਹਾਰ। ਏ ਸੰਤ ਕੈ ਸਦਾ ਸੰਗ, ਦਾਰਾ ਆਧਾਰ। ਏ ਠਾਕੁਰ ਹਉ ਦਾਸ ਰੋ, ਨਿਰਗੁਣ ਗੁਣ ਨਹੀਂ ਕੋਈ। ਨਾਨਕ ਦੀਜੈ ਨਾਮ ਦਾਨ, ਰਾਖੋ ਹੀ ਗੈ ਪਰੋਈ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਿਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋ ਤਨਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰੇ ਉਤਾਰਨ ਹਾਰ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ। ਗੁਰ ਪਾਰੇ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।